उच्च कोटि के जिज्ञासु वास्ते लिखी गई है मतलब हो रही जो चीज़ां तुहाडे नाल हो रही हैं वीर जी या वट एवर इज गोइंग ऑन विद यू दो है ਉਹਦੀ ਦਾਤ ਹੀ ਹੈ ਸਾਰਾ ਲੱਗੇ ਨਾ ਲੱਗੇ ਤੁਹਾਨੂੰ ਉਹ ਗੱਲ ਹੋ ਰਿਹਾ ਹੈ but I have felt as also कि as you get closer and closer on this path though then suddenly everything seemed like a daat to you even ਚਾਹੇ ਦੁੱਖ ਹੋਏ ਸੁੱਖ ਹੋਏ ਭੁੱਖ ਹੋਏ ਕੁਝ ਵੀ ਹੋਵੇ ਤੁਹਾਡੇ ਨਾਲ ਪਰ ਜਪਜੀ ਦੀਆਂ ਉਹ ਲਾਈਨਾਂ ਉਹਨਾਂ ਜਿਗਿਆਸੂ ਵਾਸਤੇ ਨੇ ਵੀਰ ਜੀ ਜਿਹੜੇ ਜਿਗਿਆਸੂ ਕਿਧਰੇ ਪਹੁੰਚੇ ਨੇ ਹਲੇ ਉਹ ਜਿਗਿਆਸੂ ਦੀ ਅਵਸਥਾ ਬੜੀ ਉੱਚੀ ਹੈ ਉਸ ਜਿਗਿਆਸੂ ਦੀ ਜਿਸ ਜਿਗਿਆਸੂ ਦੀ ਗੱਲ ਇੱਥੇ ਕਰਦੇ ਪਏ ਜਿਹੜੀ ਵੀ ਸਭ ਕੁਝ ਉਹਦੀ ਦਾਤ ਹੈ ਹੁਣ ਕੋਈ ਕਵੇ ਕਿ ਕਿਸੇ ਦੇ ਘਰ ਕਿਸੇ ਦੀ ਡੈਥ ਹੋ ਜਾਏ ਜਾਂ ਕੋਈ ਬਿਮਾਰ ਹੋ ਜਾਏ ਇਹ ਵੀ ਦਾਤ ਹੈ ਉਸ ਦੀ ਮਤਲਬ ਤੇ ਜਿਗਿਆਸੂ ਤੇ ਕਹੇਗਾ ਹਾਂ ਹੈ ਹੁਣ ਸਾਨੂੰ ਨਹੀਂ ਲੱਗਦੀ ਉਹ ਗੱਲ ਹੋ ਰਿਹਾ ਕਿ ਮੈਂ ਆਪੇ ਸਟਰਗਲ ਕਰਦਾ ਉਹਦੇ ਨਾਲ ਬਟ ਸੋ ਜਿਸ ਤਰ੍ਹਾਂ ਇੱਕ ਸਟੂਡੈਂਟ ਵੀਰ ਜੀ ਜਦੋਂ ਨੀਵੀਆਂ ਕਲਾਸਿਸ ਵਿੱਚ ਹੁੰਦਾ ਹੈ ਤੇ ਉਹਦੀ ਨੌਲੇਜ ਬੇਸ ਘੱਟ ਹੁੰਦਾ ਉਹਦਾ ਐਕਸਪੋਜ਼ਰ ਵੀ ਘੱਟ ਹੁੰਦਾ ਹੈ ਤੁਹਾਡੇ ਵਰਗੇ ਡਾਕਟਰ ਹੋਣ ਜਦੋਂ ਪ੍ਰੈਕਟਿਸ ਜਦੋਂ ਕਰਦੇ ਨਾ ਕਿ ਉਹਨਾਂ ਦਾ ਨੌਲੇਜ ਲੈਵਲ ਥੋੜਾ ਹੁੰਦਾ ਹੈ ਬਟ ਜਿਸ ਤਰ੍ਹਾਂ ਤੁਸੀਂ ਪ੍ਰੈਕਟਿਸ ਕਰਦੇ ਹੋ ਤੁਹਾਡਾ ਨੌਲੇਜ ਬੇਸ ਵੱਧਦਾ ਜਾਂਦਾ ਹੈ ਉਸੇ ਤਰ੍ਹਾਂ ਜਿਗਿਆਸੂ ਵੀ ਜਦੋਂ ਸਪਿਰਿਚੁਅਲ ਜਰਨੀ ਤੇ ਜਦੋਂ ਜਾਂਦਾ ਤੇ ਜਿਗਿਆਸੂ ਦੀ ਵੀ ਜਰਨੀ ਜਿਹੜੀ ਹੈ ਉਹ ਵੱਡੀ ਹੁੰਦੀ ਜਾਂਦੀ ਹੈ ਐਂਡ ਅਲਟੀਮੇਟਲੀ ਰਿਮੈਂਬਰ ਆਈ ਸੈਡ ਦੈਟ ਕਿ ਹੁਕਮ ਦੀਆਂ ਡੈਫੀਨੇਸ਼ਨ ਹੁਕਮ ਅਨੀਅਨ ਦੀ ਪੀਲਿੰਗ ਦੀ ਤਰ੍ਹਾਂ ਹੈ ਜਦੋਂ ਪੀਲ ਕਰੋ ਤੇ ਅਨੀਅਨ ਨੂੰ ਸੋ ਇਹ ਜਿਗਿਆਸੂ ਦੇ ਕੋਰ ਤੱਕ ਪਹੁੰਚਿਆ ਹੋਇਆ ਜਿਗਿਆਸੂ ਹੈ ਜਿਹਦੇ ਵਾਸਤੇ ਲਿਖਿਆ ਹੈ ਹੁਣ ਉਸ ਨੂੰ ਦਾਤ ਹੋਏ ਨਾ ਮਿਲੇ ਹੁਣ ਉਹ ਫਿਰ ਉਹ ਤਤੀ ਤਵੀ ਤੇ ਬੈਠ ਕੇ ਵੀ ਉਹਨਾਂ ਨੂੰ ਨਹੀਂ ਲੱਗਿਆ ਕਈਆਂ ਨੂੰ ਨਹੀਂ ਲੱਗਿਆ ਪਰ ਕਈਆਂ ਨੂੰ ਲੱਗਿਆ ਕਈਆਂ ਨੂੰ ਮਹਿਸੂਸ ਹੋਇਆ ਕਈਆਂ ਨੂੰ ਘੱਟ ਮਹਿਸੂਸ ਹੋਇਆ ਸੋ ਉਹਦਾ ਹੁਕਮ ਜਿਹੜਾ ਵੈ ਉਹ ਅਟਲ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਉਹਨੂੰ ਪਰ ਹੈ ਉਹਦੀ ਦਾਤ ਹੀ ਹੈ ਜੋ ਕੁਝ ਮਿਲ ਰਿਹਾ ਤੁਹਾਨੂੰ ਪਰ ਕਈ ਵਾਰੀ ਸਾਡਾ ਮਨ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿ ਦਾਤ ਹੈ ਕਿ ਨਹੀਂ ਸੋ ਇਹ ਹੁਣ I have a little issue with my eyes today which I'm trying to deal with so sorry if I looking at somebody else or something like that but I'm trying to deal with it but yeah this is a hard one to deal with this is a difficult one to deal with because what happens is ਕਿ ਜਿਗਿਆਸੂ ਦੇ ਮਨ ਵਿੱਚ ਇੱਕ ਹੁੰਦਾ ਹੈ ਇਨਸਾਨ ਦੇ ਮਨ ਵਿੱਚ ਕਿ ਇਹ ਚੀਜ਼ਾਂ ਚੰਗੀਆਂ ਨੇ ਇਹ ਚੀਜ਼ਾਂ ਮਾੜੀਆਂ ਨੇ डेथ माड़ी है बर्थ अच्छा है गुड हेल्थ अच्छी है खराब हेल्थ खराब है पैसे बहुत ज़्यादा बन जाने अच्छे हैं ना बन जाने खराब हैं घर विच कलेश पै जाने या कोई प्रॉब्लम हो जानी खराब है ये इत्थे अच्छा है वो गल ठीक है पर जो कुछ हो रहा है उसकी मर्जी नाल या तुसी जो देख रहे हो है उसकी दात ये हुण ये मन इस अवस्था च मने ना मने टाइम आएगा ਮੇਬੀ ਜਦੋਂ ਉਹ ਇਨਸੀਡੈਂਟ ਜਦੋਂ ਵਾਪਰਿਆ ਉਹ 10 ਸਾਲ ਬਾਅਦ when you look back on that incident again then ਤੁਹਾਨੂੰ ਸ਼ਾਇਦ ਦਾਤ ਨਜ਼ਰ ਆਏ ਉਹਦੇ 'ਚ ਬਟ ਇਹ ਈਜ਼ੀ ਨਹੀਂ ਹੈ ਹਾਂਜੀ ਹਾਂਜੀ ਜਿਗਿਆਸੂ ਨਿਰਲੇਪ ਹੋ ਗਿਆ ਕਿਉਂਕਿ ਨਾਮ ਵੀ ਨਿਰਲੇਪ ਸੀ ਪਹਿਲੇ ਉਹ ਤੇ ਪਹਿਲੇ ਕਿਹਾ ਹੈ ਨਾ ਕਿ ਬੇਪਰਵਾਹ ਹੈ ਉਹ ਨਾਮ ਉਹਦਾ ਸੋ ਜਿਗਿਆਸੂ ਜਦੋਂ ਨਿਰਲੇਪ ਹੋ ਜਾਂਦਾ ਫਿਰ ਜਿਗਿਆਸੂ ਦਾ ਕੋਈ ਮਤਲਬ ਨਹੀਂ ਹੈ ਕਿਸੇ ਚੀਜ਼ ਨਾਲ ਰਾਈਟ it doesn't really affect him too much what goes around in his life जिज्ञासु की अवस्था कोई बहुत फर्क नहीं पै रहा कोई बहुत ज़्यादा but it's a later stage of like more spiritual awakening बहुत ज़्यादा जिदे च होवे जदों इन्नी easy नहीं आनी and it takes a while to get there हाँ जी any other questions though from last few times हाँ जी ਇਹ ਵੀ ਵਿਸਮਾਦ ਹੈ ਦੀਦੀ ਇਹਦੇ 'ਚ ਕੋਈ ਮਤਲਬ ਨਹੀਂ ਹੈ ਕੋਈ ਇਹ ਵਿਸਮਾਦ ਵਾਲੀ ਅਵਸਥਾ ਹੈ ਮਤਲਬ ਉਹ ਕਿਸੇ ਵਿਸਮਾਦ 'ਚ ਉਹਨਾਂ ਨੇ ਕਿਹਾ ਹੀ ਗੱਲ ਆ ਕੇ ਉਹਨਾਂ ਨੇ ਉਹ ਅਗੰਮ ਹੈ ਮਤਲਬ ਨਹੀਂ ਪਹੁੰਚਿਆ ਜਾ ਸਕਦਾ ਹਰ ਲੋਹਾਂ ਵਿੱਚ ਬੈਠਾ ਹੋਇਆ ਹੈ ਇਹ ਵਿਸਮਾਦ ਵਾਲੀ ਜਿਗਿਆਸੂ ਦੀ ਪ੍ਰਥਾਈ ਵਿਸਮਾਦ ਵਾਲੀ ਅਵਸਥਾ ਦਾ ਜ਼ਿਕਰ ਹੈ ਕੋਈ ਚੀਜ਼ ਤੇ ਬੰਦਾ ਦੇਖ ਕੇ ਬਹੁਤ ਔ ਵਿੱਚ ਆ ਜਾਏ ਫਿਰ ਬੰਦਾ ਕੀ ਕਹੇਗਾ ਫਿਰ ਇਹੀ ਕਹੇਗਾ ਹੋਰ ਕੀ ਕਹੇਗਾ ਫਿਰ
ਇਹਦੇ ਕੋਈ ਮੀਨਿੰਗ ਦੇ ਉੱਤੇ ਜ਼ਿਆਦਾ ਫੋਕਸ ਨਾ ਕਰਕੇ ਉਹਦੇ ਭਾਵ ਤੇ ਫੋਕਸ ਕਰੋ। ਕਿਸ ਭਾਵ ਨਾਲ ਕਿਹਾ ਗਿਆ। ਜਦੋਂ ਇੱਕ ਬੰਦੇ ਦਾ ਆ ਕੇ ਜਦੋਂ ਉਸ ਅਵਸਥਾ ਤੇ ਪਹੁੰਚ ਜਾਏ ਕਿ ਪ੍ਰਮਾਤਮਾ ਦੀ ਜਿਹੜੀ ਹੈ ਸਿਰਫ ਸਲਾਹ ਉਹਦੀ, ਉਹ ਉਸਨੂੰ ਸਭ ਤੋਂ ਉੱਚੀ ਨਜ਼ਰ ਆਏ ਜਦੋਂ, ਫਿਰ ਇਹੀ ਹੁੰਦਾ। ਫਿਰ ਕੀ ਮੂੰਹ ਚੋਂ ਇਹੀ ਨਿਕਲੇਗਾ ਫਿਰ ਕਿ ਤੂੰ, ਤੇਰੇ ਤੋਂ ਵੱਡਾ ਹੋਰ ਕੋਈ ਨਹੀਂ ਹੈ, ਤੂੰ ਅਗੰਮ ਹੈ, ਹਰ ਲੋਹ ਵਿੱਚ ਹੈ, ਹਰ ਲੋਹ ਆਸਣ ਲੋਏ ਭੰਡਾਰ ਵੀ ਅੱਗੇ ਵਰਡ ਆਏ, ਉਹ ਵੀ ਵਿਸਮਾਦ ਵਾਲੀ ਅਵਸਥਾ ਹੈ। ਉੱਥੇ 2 ਵਾਰੀ ਲੋਏ ਵਰਡ ਆਇਆ ਹੈ। ਆਸਣ ਵੀ ਲੋਏ ਵਿੱਚ ਹੈ ਤੇ ਭੰਡਾਰ ਵੀ ਲੋਏ ਵਿੱਚ ਹਨ। ਭਾਵ ਦੋਨੋਂ ਲੋਏ, ਹਰ ਲੋਕ ਵਿੱਚ ਤੇਰੇ ਆਸਣ ਹਨ ਤੇ ਹਰ ਲੋਕ ਵਿੱਚ ਤੇਰੇ ਭੰਡਾਰ ਹਨ। ਹੇ ਮੇਰੇ ਦਾਤਾ, ਤੇਰੇ ਤੋਂ ਵੱਡਾ ਹੋਰ ਕੋਈ ਨਹੀਂ, ਮੈਂ ਤੇਰੀ ਕੀ ਸਿਫਤ ਸਲਾਹ ਕਰਾਂ। ਹੁਣ ਹੀ ਇਜ਼ ਰਨਿੰਗ, ਵੈਨ ਯੂ ਰਨ ਆਊਟ ਆਫ ਵਰਡ ਟੂ ਡਿਸਕ੍ਰਾਈਬ ਕਿਤਨਾ ਉੱਚਾ ਹੈ ਉਹ, ਫਿਰ ਮੂੰਹੋਂ ਫਿਰ ਵਿਸਮਾਦੀ ਬੋਲ ਨਿਕਲਦੇ ਲੋਕਾਂ ਦੇ, ਫਿਰ ਉਹ ਆ ਨਿਕਲਦੀ ਔਰ ਕੁਝ ਨਹੀਂ ਨਿਕਲ ਪਾਉਂਦਾ। ਐਂਡ ਸਮ ਮਤਲਬ ਨੌਵੇਂ ਦੀ ਬਾਣੀ ਵੀ ਹੈ, ਮਤਲਬ ਸਾਰੇ ਗੁਰੂਆਂ ਦੀ ਬਾਣੀ ਹਰ ਰਾਗ 'ਚ ਨਹੀਂ ਹੈ, ਪਰ ਗੁਰੂ ਨਾਨਕ ਦੇਵ ਦੀ ਬਾਣੀ ਡੈਫੀਨਿਟਲੀ ਉਹਨਾਂ 19 ਰਾਗਾਂ ਵਿੱਚ ਹੈ। ਪਰ ਬਿਲੀਵ ਮੀ ਨਾਟ, 11 ਰਾਗ ਇਹੋ ਜਿਹੇ ਹਨ which is almost 1/3 of them ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਨੇ ਐਡ ਕਰਵਾਏ ਹਨ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਉਹਨਾਂ ਤੋਂ ਪਹਿਲੇ ਇਹ ਰਾਗ ਨਹੀਂ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਸੋ 1/3 ਆਫ ਦਾ ਮਿਊਜ਼ਿਕ ਦਾ ਖਜ਼ਾਨਾ ਜਿਹੜਾ ਅੰਦਰ ਨਜ਼ਰ ਆਉਂਦਾ ਪਿਆ ਹੈ, ਗੁਰੂ ਰਾਮਦਾਸ ਪਾਤਸ਼ਾਹ ਨੇ ਐਡ ਕਰਵਾਏ ਰਾਗ। ਗੁਰੂ ਨਾਨਕ ਦੇਵ ਜੀ ਦੀ ਬਾਣੀ ਨਹੀਂ ਹੈ ਉਹਨਾਂ ਰਾਗਾਂ 'ਚ, ਗੁਰੂ ਅੰਗਦ ਦੇਵ ਜੀ ਦੀ ਬਾਣੀ ਵੀ ਨਹੀਂ, ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਵੀ ਨਹੀਂ, ਗੁਰੂ ਰਾਮਦਾਸ ਪਾਤਸ਼ਾਹ ਨੇ ਐਡ ਕਰਵਾਏ ਰਾਗ। ਆਪ ਕਿਸੇ ਮਿਊਜ਼ਿਕ ਸਕੂਲ 'ਚ ਗਏ ਹੀ ਨਹੀਂ, ਲੇਕਿਨ ਬਹੁਤ ਅਤ ਗਰੀਬੀ ਦੇ ਘਰ ਵਿੱਚ ਜਨਮ ਹੋਇਆ। ਚੂਨਾ ਮੰਡੀ ਲਾਹੌਰ ਜਨਮ, ਛੋਟੀ ਉਮਰ ਵਿੱਚ ਪਹਿਲੇ ਮਦਰ ਚਲੇ ਗਏ, ਬਹੁਤ ਛੋਟੀ ਉਮਰ ਵਿੱਚ ਮਦਰ ਚਲੇ ਗਏ। ਆਈ ਥਿੰਕ ਹੀ ਵਾਸ 3 years old। ਸੋ ਮਾਂ ਦੀ ਤਾਂ ਸ਼ਕਲ ਵੀ ਸ਼ਾਇਦ ਨਾ ਯਾਦ ਹੋਏ ਉਹਨਾਂ ਨੂੰ। ਤੇ ਥੋੜੀ ਦੇਰ ਬਾਅਦ 2 ਜਾਂ 3 ਸਾਲਾਂ ਬਾਅਦ ਡੈਡ ਵੀ ਚਲੇ ਗਏ, ਕੋਈ ਨਹੀਂ ਰਿਹਾ ਘਰ, ਯਤੀਮ ਸਨ। ਨਾਨੀ ਕੋਲ ਚਲੇ ਗਏ, ਬਸ ਸਰਕੇ ਜ਼ਿੰਦਗੀ ਬੀਤੀ ਉਹਨਾਂ ਦੀ। ਨਾਨੀ ਕੋਲ ਰਹੇ ਕਾਫੀ ਦੇਰ, ਉੱਥੇ ਬਹੁਤ ਅਤ ਗਰੀਬੀ ਦੀ ਹਾਲਤ ਵਿੱਚ ਜ਼ਿੰਦਗੀ ਬਿਤਾਈ ਉਹਨਾਂ ਨੇ। ਆਪਣੀ ਘੁੰਗੜੀਆਂ ਵੇਚ ਕੇ ਆਪਣਾ ਜੀਵਨ ਬਿਤਾਇਆ ਉਹਨਾਂ ਨੇ ਸਾਰਾ। ਸੋ ਉਸ ਹਾਲਤ ਵਿੱਚ there was no way that parents ਹੈ ਹੀ ਨਹੀਂ ਸਨ, ਜਾਂ grandparents could have afforded him to send him to a proper music teacher or music school। ਲੇਕਿਨ ਫਿਰ ਵੀ ਉਹਨਾਂ ਦੀ ਬਾਣੀ 11 ਰਾਗਾਂ ਵਿੱਚ, ਉਹ ਰਾਗ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਿਨ੍ਹਾਂ 'ਚ ਪਹਿਲੇ 3 ਗੁਰੂਆਂ ਦੀ ਬਾਣੀ ਨਹੀਂ ਹੈ ਉਹਨਾਂ 'ਚ, ਇਹਨਾਂ 11 ਰਾਗਾਂ ਵਿੱਚ। ਤੇ ਮੈਂ ਕਲਾਸ ਨੂੰ ਇੱਕ ਚੈਲੰਜ ਦਿੱਤਾ ਸਵੇਰੇ, ਮੈਂ ਕਿਹਾ 11 ਚੋਂ 5 ਤੇ ਗਿਣਾ ਦਿਓ ਮੈਨੂੰ, ਜਿਹੜੇ 5 ਰਾਗ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਨੇ ਐਡ ਕਰਵਾਏ। ਲੈਟ ਮੀ ਸੀ ਇਫ ਕਲਾਸ can write it down। Anur, I'll sit here, you write the name of the rags once we find out what they are। Yeah, take a wild guess, Sanji। Kannada hai, that's right, Kannada। So Kannada is definitely one of them, no question about that। Hanji, Virji, Rag Todi। very good Virji, that's good। ਟੋਡੀ ਵੀ ਗੁਰੂ ਰਾਮਦਾਸ ਪਾਤਸ਼ਾਹ ਦੀ ਐਡੀਸ਼ਨ ਹੈ। ਤੁਸੀਂ ਅਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਖੋਲ ਕੇ ਦੇਖੋਗੇ ਤੇ ਪਹਿਲਾ ਜਿਹੜਾ ਚੈਪਟਰ ਦੇ ਟੋਡੀ ਮਹੱਲਾ ਚੌਥਾ ਲਿਖਿਆ ਆਏਗਾ। ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ ਨਹੀਂ ਹੈ ਟੋਡੀ 'ਚ। ਟੋਡੀ ਵੀ ਉਹਨਾਂ ਨੇ ਐਡ ਕਰਵਾਇਆ ਰਾਗ। ਕਾਨੜਾ ਤੇ ਟੋਡੀ, ਹਾਂਜੀ ਉਹ ਲਿਸਟ ਇਜ਼ ਲੌਂਗ। ਆਈ ਵਾਂਟ ਟੂ ਸੀ ਕਿੰਨਾ ਕੋਈ ਧਿਆਨ ਨਾਲ ਬਾਣੀ ਪੜ੍ਹਦਾ ਇੱਥੇ। ਮੈਂ ਵੀ ਜ਼ਰਾ ਦੇਖਾਂ। ਵੇਟਿੰਗ ਦੋ। ਰਾਗ ਜੈਜਵੰਤੀ। ਨਹੀਂ, ਜੈਜਵੰਤੀ ਤੇ ਗੱਲ ਹੋ ਚੁੱਕੀ ਹੈ। ਜੈਜਵੰਤੀ ਇਸ ਕੈਟੇਗਰੀ 'ਚ ਹੈ। ਜੈਜਵੰਤੀ ਮਹੱਲੇ 9ਵੇਂ ਦੀ ਬਾਣੀ ਹੈ। ਓਕੇ। ਸੋ ਉਸ ਕੈਟੇਗਰੀ 'ਚ ਨਹੀਂ ਆਉਂਦੇ ਉਹ ਵਾਲੇ 11 ਰਾਗਾਂ ਦੀ ਕੈਟੇਗਰੀ ਵਿੱਚ ਕਾਨੜਾ ਤੇ ਟੋਡੀ ਲਿਖਿਆ ਹੈ। ਹਰਨੂਰ ਹੈਜ਼ ਟੂ ਰਾਈਟ ਆਲ 11। ਲੈਟਸ ਸੀ। ਹਾਂਜੀ ਕਿਹੜੇ ਹੁਣ ਮਿਲ ਗਈ ਲਿਸਟ ਹੋ ਗਏ। ਨਹੀਂ ਤੁਸੀਂ ਉਹ ਨਹੀਂ, ਦੈਟਸ ਨਾਟ ਰਾਈਟ। ਸੋ ਦੇਵਗੰਧਾਰੀ ਲਿਖੋ ਜੀ। ਦੇਵਗੰਧਾਰੀ ਹਾਂਜੀ। ਬੈਰਾੜੀ, ਦੈਟਸ ਰਾਈਟ। ਨਟ ਨਾਰਾਇਣ,
ਤੇ ਇੱਕ ਜਿਹੜਾ ਬੜਾ ਕਾਮਨਲੀ ਗਾਇਆ ਜਾਂਦਾ, ਸ਼ਾਮੀ ਚੌਕੀ ਵੀ ਲੱਗਦੀ ਹੈ, ਕਲਿਆਣ, ਗੁਰੂ ਰਾਮਦਾਸ ਪਾਤਸ਼ਾਹ ਨੇ ਐਡ ਕਰਵਾਇਆ ਰਾਗ, ਉਹ ਨਹੀਂ ਸੀ ਪਹਿਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ। ਹਾਂਜੀ, ਕਿਹੜੇ ਰਹਿ ਗਏ ਨੇ ਹੁਣ? ਬਿਹਾਗੜਾ ਤੇ ਇੱਕ ਮੇਰੇ ਹਿਸਾਬ ਨਾਲ ਜਿਹੜਾ ਵਨ ਆਫ ਦ ਮੋਸਟ ਡਿਫਿਕਲਟ ਰਾਗਸ ਟੂ ਸਿੰਗ ਐਂਡ ਲਰਨ, ਐਂਡ ਵੀ ਵੇਟ ਐਟ ਲੀਸਟ 3 years ਬਿਫੋਰ ਵੀ ਅਟੈਂਪਟ ਅ ਸਟੂਡੈਂਟ ਟੂ ਲਰਨ ਦੈਟ। ਕਿਹੜਾ ਰਾਗ ਹੈ ਜੀ ਉਹ? ਗੁਰੂ ਰਾਮਦਾਸ ਪਾਤਸ਼ਾਹ ਨੇ ਐਡ ਕਰਾਇਆ, ਔਖਾ ਰਾਗ ਹੈ ਗਾਣਾ, ਜੈਤਸਰੀ। Jayasri is not something we teach to students in the first 2 to 3 years. We wait until the student gets strong in his or her notes before we introduce Jayasri. Jayasri is not easy to sing by any means, you know. ਹੁਣ ਦੇਖੋ ਉਹਨਾਂ ਕੋਲ ਪੁੱਛੋ, ਤੁਸੀਂ ਤੇ ਗਏ ਨਹੀਂ ਕਿਧਰੇ, ਤੁਸੀਂ ਤੇ ਕਿਧਰੇ ਮਿਊਜ਼ਿਕ ਸਕੂਲ ਨਹੀਂ ਗਏ, ਨਾ ਕਿਸੇ ਟੀਚਰ ਕੋਲ ਗਏ, ਤੁਸੀਂ ਤੇ ਘੁੰਗਣੀਆਂ ਵੇਚ ਕੇ ਆਪਣਾ ਜੀਵਨ ਬਤੀਤ ਕੀਤਾ, ਤੁਹਾਨੂੰ ਜੈਸਰੀ ਕਿਸਾ ਆ ਗਿਆ? ਸੋ ਉੱਥੇ ਹੈ ਕਿ ਸੁਣਿਆ ਧਰਤ ਦਾ ਵੱਲ ਆਕਾਸ਼ ਹੈ, ਯੂ ਨੋ। ਸੋ ਪ੍ਰਮਾਤਮਾ ਦੇ ਜੁੜਨ ਦੇ ਨਾਲ ਇਹ ਵਾਲੀ ਇਨਹੈਰੈਂਟ ਨੌਲੇਜ ਤੁਹਾਡੇ ਅੰਦਰ ਆਪਣੇ ਆਪ ਖੁਦ ਬਖੁਦ ਆ ਜਾਂਦੀ ਹੈ, ਦੇਣੀ ਨਹੀਂ ਪੈਂਦੀ ਨੌਲੇਜ। ਹਾਂਜੀ, ਉਹ ਕਿੰਨੇ ਹੋ ਗਏ ਨੇ ਹਨੂਰ, ਕਿੰਨੇ ਬਾਕੀ ਨਾਲੇ? 3 more to go। ਹਾਂਜੀ ਲਿਖੋ ਜੀ, ਕਿਹੜਾ ਹੁਣ ਬਾਕੀ ਕਿਹੜੇ ਰਹਿ ਗਏ ਨੇ? ਕੇਦਾਰਾ, ਜੀ ਰਾਗ ਵਡਹੰਸ। ਨਹੀਂ, ਵਡਹੰਸ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ ਹੈ, ਅਲਾਣੀਆਂ ਵਡਹੰਸ ਵਿੱਚ ਹਨ ਵੀਰ ਜੀ, ਗੁਰੂ ਨਾਨਕ ਪਾਤਸ਼ਾਹ ਦੀ ਲਿਖੀਆਂ ਹੋਈਆਂ। Okay. Yeah, this is the list is only qualifying for those rags ਜਿਨ੍ਹਾਂ 'ਚ ਗੁਰੂ ਰਾਮਦਾਸ ਪਾਤਸ਼ਾਹ is the beginning author ਹਨ, ਜਿਹਦੇ ਹੋਰ ਕੋਈ ਨਹੀਂ ਹੈ, ਪਹਿਲੇ 3 ਗੁਰੂਆਂ ਦੀ ਕੋਈ ਬਾਣੀ ਨਹੀਂ ਉਹਨਾਂ ਰਾਗਾਂ 'ਚ। ਹਾਂਜੀ, ਚੀਟਿੰਗ ਕਰਨੀ ਤੇ ਕਰ ਲਓ ਥੋੜੀ। ਗੌਂਡ ਹੋ ਗਏ ਯਾਰਾ? ਬੈਰਾੜੀ, ਮਾਲੀਗੋੜਾ ਨਹੀਂ ਲਿਖਿਆ। Actually there is, ਮਾਲੀਗੋੜਾ is probably more difficult than ਜੈਤਸਰੀ। ਸੋ ਮਾਲੀਗੋੜਾ ਨੂੰ ਅਸੀਂ ਮਾਲੀਗੋੜਾ ਸਿੱਖਿਆ, ਲੇਕਿਨ ਅਸੀਂ ਬਹੁਤ ਘੱਟ ਗਾਉਂਦੇ ਹਾਂ। It's just too complex a ਰਾਗ, so you have to practice a lot also। ਯਾਰਾ ਹੋ ਗਏ? ਗਿਣਾ ਦਿਓ ਲਿਸਟ ਇੱਕ ਵਾਰੀ, just repeat the names। ਹੁਣ ਦੇਖ ਲਓ ਕਿੰਨੀ ਲੰਬੀ ਲਿਸਟ ਹੈ ਇੱਥੇ। ਗੁਰੂ ਰਾਮਦਾਸ ਪਾਤਸ਼ਾਹ ਦੀ ਦੇਣ ਵੱਡੀ ਸੰਗੀਤ ਦੇ ਜਗਤ ਨੂੰ, ਬਹੁਤ ਵੱਡੀ ਦੇਣ ਦਿੱਤੀ ਹੈ ਸੰਗੀਤ ਦੇ ਜਗਤ ਨੂੰ। ਔਰ ਇਹ ਦੇਣ ਖਾਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਔਰ ਇੱਕ ਚੀਜ਼ ਜਿਹੜੀ ਹੋਰ ਉਹਨਾਂ ਨੇ ਐਡ ਕਰਵਾਈਆਂ ਜਿਹੜੀਆਂ, ਉਹ ਹੈ ਪੜਤਾਲ। ਮਤਲਬ ਇਹ ਰਿਵਾਇਤ ਹੈ ਹੀ ਨਹੀਂ ਹਿੰਦੁਸਤਾਨੀ ਵੋਕਲ ਮਿਊਜ਼ਿਕ ਕਿਧਰੇ ਵੀ। ਇੱਥੇ ਹੈ ਕਿ ਪੜਤਾਲ ਦਾ ਇਹ ਹੈ ਕਿ ਜਿਹੜੀ ਉਹਦੀ ਅਸਥਾਈ ਹੈ, ਜਿਹੜਾ ਕੋਰਸ ਜਿਹੜਾ ਹੈ ਉਹਦਾ, ਉਹ ਇੱਕ ਚੱਲਦਾ ਤਾਲ ਵਿੱਚ, ਡਿਫਰੈਂਟ ਤਾਲ ਹੁੰਦੀ ਹੈ। ਦੈਨ ਉਹਦੇ ਜਿਹੜੇ ਅੰਤਰੇ ਜਿਹੜੇ ਹਨ, ਜਿਹੜੇ ਉਹ ਅਲੱਗ-ਅਲੱਗ ਤਾਲਾਂ ਵਿੱਚ ਹੁੰਦੇ। ਅਸੀਂ ਹੁਣ ਗਾਈ ਅੰਦਰ ਹੁਣੇ ਹਰ ਜਸ ਗਾਵੋ ਭਗਵਾਨ, ਤੇ ਤੁਸੀਂ ਨੋਟਿਸ ਕਰੋਗੇ ਕਿਉਂਕਿ ਪੜਤਾਲ ਹੋਣ ਦੇ ਕਾਰਨ ਸਿਮਰ ਕਿਹੜਾ ਪੇਜ ਨੰਬਰ ਹੈ ਮਨ ਜਾਪੋ ਰਾਮ ਗੋਪਾਲ ਦਾ? I have it somewhere। ਅੰਗਦ, you have my paperwork। ਉਹਦੇ ਪੇਜ ਨੰਬਰ ਲਿਖਿਆ ਹੋਏਗਾ। 1296। Can we share that? Yeah. I want to show you an example. It's not as simple as you think it is, you know। To sing or to comprehend the musicality, the ਜਿਹੜਾ focus ਜਿਹੜਾ ਹੈ, ਜਿਹੜਾ ਮੈਨੂੰ ਪਤਾ ਨਹੀਂ ਤੁਹਾਨੂੰ ਨਜ਼ਰ ਆਏਗਾ ਕਿ ਨਹੀਂ ਆਏਗਾ। ਅੰਗਦ ਮੇਰੀ ਕੀਰਤਨ ਦੀ ਸ਼ੀਟ ਦੇ ਦੇ ਮੈਨੂੰ, ਮਨ ਜਾਪੋ ਰਾਮ ਗੋਪਾਲ ਵਾਲੀ, ਫਸਟ ਪੇਜ ਤੇ ਹੀ ਹੈ ਉਹ। ਪਹਿਲੇ ਇਹ ਵਾਲੀ ਨਹੀਂ ਹੈ, ਇਹ ਵਾਲੀ ਨਹੀਂ ਹੈ, ਦਿਸ ਇਜ਼ ਨਾਟ ਦ ਵਨ। ਉੱਤੇ ਲਿਖਿਆ ਹੋਏਗਾ ਕਾਨੜਾ ਮੱਲਾ ਚੌਥਾ, ਮਨ ਜਾਪੋ ਰਾਮ ਗੋਪਾਲ। ਸੋ ਨੋਟਿਸ ਕਰੋਗੇ ਕਿ ਇਹ ਪੜਤਾਲ ਹੈ।
ਉੱਤੇ ਸਿਰਲੇਖ ਦੇਖੋਗੇ ਤੇ ਸਿਰਲੇਖ ਦੇ ਉੱਤੇ ਵੀ ਪੜਤਾਲ ਲਿਖਿਆ ਹੋਇਆ ਹੈ। ਕਾਨੜਾ ਮਹੱਲਾ ਚੌਥਾ, ਪੜਤਾਲ ਘਰ ਪੰਜਵਾਂ, ਮੰਜਾਪੋ ਰਾਮ ਗੋਪਾਲ, ਹਰਤਨ ਜਵੇ ਹਰਲਾਲ, ਹਰ ਗੁਰਮੁਖ ਘੜ ਟਕਸਾਲ, ਹਰ ਹੋ ਕਿਰਪਾਲ। ਹਾਂਜੀ, ਹੁਣ ਦੇਖੋ ਪਹਿਲਾ ਅੰਤਰਾ ਜਿਹੜਾ ਹੈ, ਜਿੱਥੇ ਨੰਬਰ 1 ਲਿਖਿਆ ਹੈ, ਜਿੱਥੇ ਉਹ ਕਿੰਨਾ ਲੰਬਾ ਸੈਂਟੈਂਸ ਹੈ। ਲੈਟ ਮੀ ਰੀਡ दैट ਸੈਂਟੈਂਸ ਆਊਟ ਟੂ ਯੂ। just look at from a poetic angle, कितना लंबा सेंटेंस है। तुमरे गुण अगम गोचर एक जी क्या कथे बिचारी, राम 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 लाल, तुमरी जिया कथ कथा तू 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 ही जाने, हों हर जप भई निहाल निहाल निहाल। इत्थे वन आया है। हुण ਇਹ ਕੋਈ ਰਾਗੀ ਫਿਲਮੀ ਟਿਊਨ ਚ ਗਾਣਾ ਵੀ ਚਾਵੇ ਨਾ ਤੇ ਨਹੀਂ ਗਾ ਸਕਦਾ ਇਸ ਨੂੰ। ਲੱਖ ਯਤਨ ਕਰਕੇ ਦੇਖ ਲਵੇ, ਗਾ ਲਵੇ, ਨਹੀਂ ਗਾ ਪਾਏਗਾ। ਉਹ ਉਸੇ ਵਿੱਚ ਹੀ ਫਿੱਟ ਆਏਗਾ, ਪੜਤਾਲ ਦੇ ਫਾਰਮੈਟ ਵਿੱਚ ਹੀ, ਹੋਰ ਕਿਸੇ ਜਗ੍ਹਾ ਫਿੱਟ ਨਹੀਂ ਆ ਸਕਦੀ। ਅਗਲਾ ਸੈਂਟੈਂਸ ਦੇਖੋ ਕਿੰਨਾ ਲੰਬਾ ਹੈ। ਨੰਬਰ ਸੈਕੰਡ ਸੈਂਟੈਂਸ, ਜਿਹੜਾ ਸੈਕੰਡ ਸੈਂਟੈਂਸ ਦੇਖੋ ਕਿੰਨਾ ਲੰਬਾ ਹੈ। हमरे हर प्राण सखा स्वामी हर मीता, मेरे मेरे मन तन जी हर हरे, हरे राम राम तन माल, जाको भाग तिन लियो री सुहाग। हुण देखो कितना लंबा सेंटेंस। ये सेंटेंस शुरू होया है जाको भाग तो शुरू होया है सेंटेंस। जाको भाग तो शुरू होया है, जाको भाग तिन लियो री सुहाग, हर हरे 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 गुण गावे, हर 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 हरे हरे गुण गावे, गुरमत हों बल बल हों बल बले, जन नानक हर जप भई निहाल निहाल निहाल। सेंटेंस दी बर्तन देखिए सेंटेंस दी। कोई माइका लाल गा के दिखा देवे इसनु किसी होर ट्यून च, आएगा ही नहीं फिट किधरे। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਆਪਣੀ ਦੇਣ ਹੈ ਉਹਨਾਂ ਨੂੰ ਸੰਗੀਤ ਦੇ ਜਗਤ ਨੂੰ। ਹੁਣ ਵੀ ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ ਵਿੱਚ ਤੁਹਾਨੂੰ ਇਹ ਵਾਲੀਆਂ ਐਗਜ਼ਾਮਪਲਸ ਨਹੀਂ ਮਿਲਣਗੀਆਂ, ਸਿਰਫ ਗੁਰਬਾਣੀ 'ਚ ਮਿਲਣਗੀਆਂ ਖਾਲੀ। ਔਰ ਉਹਨਾਂ ਨੂੰ ਦੇਖ ਕੇ, ਆਪਣੇ ਪਿਤਾ ਗੁਰੂ ਨੂੰ ਦੇਖ ਕੇ, ਗੁਰੂ ਅੰਗਦ ਮਹਾਰਾਜ ਨੇ ਵੀ ਪੜਤਾਲਾਂ ਜਿਹੜੀਆਂ ਹਨ, ਉਹਨਾਂ ਦੀਆਂ ਪੜਤਾਲਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਹਨ ਬੜੀਆਂ। ਸੋ ਵੈਸੇ ਤੇ ਉਹਨਾਂ ਬਾਰੇ ਤੇ ਹਰ ਕੋਈ ਗੱਲ ਕਰਦਾ ਹੀ ਕਰਦਾ, ਗੁਰੂ ਰਾਮ ਉਹਨਾਂ ਦੀ ਦੇਣਾ ਉਹਨਾਂ ਦੀਆਂ, ਪਰ ਸੰਗੀਤ ਦੇ ਪੱਖੋਂ ਬਹੁਤ ਘੱਟ ਲੋਕ ਗੱਲ ਕਰਦੇ ਨੇ। ਸੰਗੀਤ ਦੇ ਪੱਖੋਂ ਮਿਊਜ਼ੀਕਲ ਵਿਊ ਪੁਆਇੰਟ ਤੋਂ ਕੀ ਹੋ ਰਿਹਾ ਉਹਨਾਂ ਲਾਈਕ ਕੀ ਉਹਨਾਂ ਦੀਆਂ ਕੰਟਰੀਬਿਊਸ਼ਨਸ ਹਨ ਵੱਡੀਆਂ। ਹਾਂਜੀ, ਐਨੀ ਕੁਐਸਚਨਸ on this? I thought it would be interesting to see, just look at the how sentence, how long these sentences are, Any questions on the partals or any of this other stuff? I will not ask you to name the other 19 raag that are left. ਪੰਜ ਗਿਣਾ ਸਕਦੇ ਹੋ, ਪੰਜ ਉਨੀਆਂ ਵਿੱਚੋਂ ਪੰਜ ਰਾਗ ਜਿਹੜੇ 11 ਵਿੱਚ ਵੀ ਨਹੀਂ ਆਉਂਦੇ, ਇੱਕ ਵਿੱਚ ਨਹੀਂ ਆਉਂਦੇ, ਪੰਜ ਰਾਗ ਜਿਹੜੇ ਹੈਗੇ। ਹਾਂਜੀ, ਬਿਲਾਵਲ, that's right। ਹੋ ਕਿਹੜੇ? ਵਡਹੰਸ। ਹੋਰ ਗੌੜੀ, very good ਜੀ। ਗੌੜੀ is an important ਰਾਗ। ਹੋਰ Sorted. ਰਾਮਕਲੀ, ਤਨਾਸਰੀ। ਹਾਲੇ ਵੀ 19 ਨਹੀਂ ਪੂਰੇ ਹੋਏ, 9ਵੇਂ ਕਿਲੋ ਅੱਧੇ ਵੀ ਨਹੀਂ ਹੋਏ ਹਾਲੇ। ਸ਼੍ਰੀ, ਹੋਰ ਆਸਾ, ਪ੍ਰਭਾਤੀ। ਮੇਰੇ ਫੇਵਰੇਟ ਨੂੰ ਭੁੱਲ ਗਏ ਤੁਸੀਂ, ਸੋਰਠ, ਮਾਝ। ਸੋ ਇਹ 19 ਦੀ ਲਿਸਟ ਹੈ। ਇਹਨਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ, ਗੁਰੂ ਨਾਨਕ ਮਹਾਰਾਜ ਦੀ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਇਹਨਾਂ ਰਾਗਾਂ 'ਚ ਦਰਜ ਹੈ, 19 ਰਾਗਾਂ 'ਚ ਇਹਨਾਂ 'ਚ। ਹਾਂਜੀ, ਮਲਹਾਰ, ਬਸੰਤ, ਮਾਰੂ। ਮਾਰੂ ਹੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਬਹੁਤ ਬਾਣੀ ਹੈ ਮਾਰੂ ਵਿੱਚ। ਮਾਰੂ ਦੇ ਸੋਹਲੇ ਵੀ ਉਹਨਾਂ ਦੇ ਲਿਖੇ ਹੋਏ ਨੇ ਸਾਰੇ। ਸੋ ਮਾਰੂ ਵਿੱਚ ਉਹਨਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ ਮਾਰੂ ਵਿੱਚ। ਹਾਂਜੀ, ਐਨੀਵੇ I do it for fun. I think it's good to know कि it's not a very linear list, So you have to ask why the Granthis and stuff don't talk about Guru Ramdas Ji's musicality. And there's a simple answer, but there's plenty of deeper answers. One answer is we don't know. yeah, I think the answer is they don't know. They don't care maybe. I don't know. Actually, most people don't care. Actually, what difference did it make though? In this class though, what difference did it make whether you knew this or not?
other than for pure academic reason. ਕੋਈ ਹੈ ਇੱਥੇ ਬੈਠਾ ਹੋਇਆ ਜਿਹੜੇ ਜੇ ਮਨ ਸ਼ੌਕ ਪੈਦਾ ਹੋਇਆ ਯਾਰ ਮੈਂ ਬਿਹਾਗੜਾ ਸਿੱਖਣਾ ਹੈ, ਮੈਂ ਮਰਨ ਤੋਂ ਪਹਿਲੇ ਬਿਹਾਗੜਾ ਗਾ ਕੇ ਜਾਵਾਂ? ਨਹੀਂ ਹੈ ਨਾ ਉਹ ਵਾਲਾ। ਹਾਂਜੀ ਰੀਜ਼ਨ ਤਾਂ ਹੈ, ਪਰ ਬਿਹਾਗੜਾ ਦੀ ਜਿਹੜੀ ਫੀਲਿੰਗ ਹੈ ਨਾ ਵੀਰ ਜੀ, ਉਹ ਤਾਂ ਹੀ ਆਏਗੀ ਤੁਹਾਡੇ ਅੰਦਰ ਜੋ ਤੁਸੀਂ ਸਿੱਖੋਗੇ ਖੁਦ ਨਾ, ਗਾਓਗੇ ਨਾ ਜਾਂ ਬਹੁਤਾ ਸੁਣੋਗੇ, ਹੈ ਨਾ, ਫਿਰ ਤੁਹਾਡੇ ਮਨ 'ਚ ਅਸਰ ਹੋਏਗਾ। ਨਹੀਂ ਤੇ ਐਕੈਡੈਮਿਕ ਹੈ ਨਾ ਸਾਰਾ ਨੌਲੇਜ ਤੇ। ਹਾਂਜੀ ਯਾ ਬਟ ਉਸ ਤੋਂ ਅਗਲਾ ਸਟੈਪ ਹੈ ਨਾ ਵੀਰ ਜੀ, ਇੱਕ ਤੇ ਭਾਵਨਾ ਹੋਈ, ਅਗਲਾ ਸਟੈਪ ਹੈ ਉਹਨੂੰ ਐਕਸੈਪਟੈਂਸ ਦਾ, ਫਿਰ ਐਕਸੈਪਟੈਂਸ ਤੋਂ ਬਾਅਦ ਆਪਣੀ ਡੇਲੀ ਲਾਈਫ 'ਚ ਲੈ ਕੇ ਆਉਣ ਦਾ, ਡੇਲੀ ਲਾਈਫ 'ਤੇ ਆਉਣ ਤੋਂ ਬਾਅਦ ਫਿਰ ਅੱਗੇ ਮੁੰਦਣ ਦਾ ਉਸਨੂੰ, ਹੈ ਨਾ। ਫਿਰ ਜਦ ਤੱਕ ਨਹੀਂ ਹੋਏਗਾ ਤਦ ਤੱਕ ਨਾ ਹੋਇਆ ਤੇ ਫਿਰ ਤਾਂ ਕੋਈ ਖਾਸ ਫਾਇਦਾ ਨਾ ਹੋਇਆ ਨਾ ਉਸ ਗੱਲ ਦਾ। ਹੁਣ ਕਈ ਵਾਰੀ ਬੰਦਾ ਦੇਖੋ ਸਕੂਲ ਜਾਂਦਾ ਹੈ, ਕਈ ਕਲਾਸਿਸ ਜਾ ਕੇ ਕਈਆਂ ਕੋਈ ਸਿੱਖ ਕੇ ਆਉਂਦਾ ਹੈ, 2 ਦਿਨਾਂ 'ਚ ਭੁੱਲ ਜਾਂਦਾ ਹੈ, ਕਈ 5 ਦਿਨਾਂ 'ਚ ਭੁੱਲ ਜਾਂਦਾ ਹੈ, ਕਈ ਮਹੀਨੇ ਬਾਅਦ ਭੁੱਲ ਜਾਂਦਾ ਹੈ, ਕਈ ਐਗਜ਼ਾਮ ਦੇਣ ਤੋਂ ਬਾਅਦ ਭੁੱਲ ਜਾਂਦਾ ਹੈ। ਉਹ ਨੌਲੇਜ ਦਾ ਬਹੁਤਾ ਫਾਇਦਾ ਤਾਂ ਨਾ ਹੋਇਆ ਨਾ। ਤੇ ਉਸੇ ਤਰ੍ਹਾਂ ਇਹੋ ਜਿਹੀ ਨੌਲੇਜ ਲਿੱਤੀ ਹੋਈ ਜਿਹੜੀ ਦ੍ਰਿੜ ਨਹੀਂ ਹੋਈ ਅੰਦਰ, ਜਿਹਦੇ ਨਾਲ ਤੁਹਾਡੇ ਅਸਰ ਤੇ ਨਹੀਂ ਚੱਲਿਆ, ਉਹਦੇ ਕੋਈ ਫਾਇਦਾ ਨਹੀਂ ਨਾ ਕੋਈ ਖਾਸ। ਫਾਇਦਾ ਤਾਂ ਹੀ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਨਾ ਤਿਸਕਾ ਹੋਏ ਉਧਾਰੋ, ਉਧਾਰ ਤੇ ਤਾਂ ਹੀ ਹੋਣਾ ਹੈ। ਉਹ ਬਿਹਾਗੜੇ ਨਾਲ ਉਧਾਰ ਤੇ ਤਾਂ ਹੀ ਹੋਏਗਾ ਜੀ ਬਿਹਾਗੜਾ ਗਾਏਗਾ ਤੇ ਜਾਂ ਸੁਣੇਗਾ ਜਾਂ ਸਿੱਖੇਗਾ, ਹੈ ਨਾ। ਕਲਿਆਣ ਗਾਏਗਾ, ਕਲਿਆਣ ਸੁਣੇਗਾ, ਕਲਿਆਣ ਗਾਏਗਾ ਤੇ ਉਹਦੇ ਨਾਲ ਉਹਦਾ ਉਧਾਰ ਹੋਣਾ ਉਹਦਾ। ਤੇ ਜੇ ਸਿਰਫ ਨਿਰੀ ਐਕੈਡੈਮਿਕ ਤੇ ਨਿਰੀ ਐਕੈਡੈਮਿਕ ਹੈ, maybe that's the reason they don't talk. ਹਾਂਜੀ any other question though on any life of Guru Ram Das Pache ਦੀ? ਮੈਂ ਹੋਰ ਅੱਗੇ ਡਿਟੇਲ 'ਚ ਨਹੀਂ ਜਾਣਾ, ਮੇਰਾ ਫੋਕਸ ਸਿਰਫ ਮੈਂ ਕਿਹਾ ਜਾਣੂ ਕਰਵਾ ਦਿਆ ਮੈਂ ਕਿ this is much more to his life than what we think it is, you know. Sangeet, the students are more intrigued by this, you know. I get very intrigued, you know, कि wow, that's a big deal, you know. 11 divided by 31 is almost 1/3 or a little more than that actually, you know. Hanji? Yeah. So Did you have a question? Hanji. Is there a connection between the sequence of the rags being added to what was happening in Sikh history? Because Jai Jaivanti makes sense. Jai Jaivanti makes sense, but there are some there is a logical sense to it. There are some that authors have come up with different theories, but none of them are like, I would not call them proven or whatever, you know. I unfortunately, मतलब कि उस तरह नहीं है इनकी 100% होवे उंज, you know, उंज नहीं है, you know, उस तरह नहीं है. But yeah, there is certain जिथे कई जगह लॉजिकल एक्सप्लेनेशन मिलदियां नदियां, जय जयवंती दी मिलदी है, श्री दी मिलदी है, but सब जगह नहीं मिल सकती. हुण गौड़ी इज द नंबर 3 राग, why गौड़ी इज नंबर 3 though? फिर गौड़ी विच बड़ियां वैरायटीज हैं, बड़ियां गौड़ी दे बड़े चैप्टर हैं, गौड़ी बैरागण है, you know, बड़ा कुछ गौड़ी दे अंदर बहुत कुछ चलदा, गौड़ी चेती है, you know, so गौड़ी दे अंदर बड़ियां वैरायटीज हैं गौड़ी दी अपनियां. हाँ जी. Okay, I'm going to go back to my Japji di. So we had left, let me just make sure, where did I leave the last time? Does anybody know? Yeah, Sodar di. So Sodar di podi ਜਿਹੜੀ ਹੈ ਬੜੀ ਡਿਸਕਸ ਪਹਿਲੇ ਵੀ ਬੜੀ ਡਿਟੇਲਸ ਕੀਤੀ ਹੈ. ਸੋਦਰ ਦੀ ਬਾਣੀ ਵਿੱਚ ਇਮੋਸ਼ਨਲੀ ਰਿਟਨ ਲਾਈਨਾਂ ਹਨ ਜਿਹਦੇ ਵਿੱਚ ਪੂਰੇ ਬ੍ਰਹਮਾਂਡ ਜਿਹੜਾ ਹੈ, ਪੂਰਾ ਸੰਸਾਰ ਜਿਹੜਾ ਹੈ ਉਹਨਾਂ ਨੂੰ ਕੀਰਤਨ ਕਰਦਿਆਂ ਨਜ਼ਰ ਆਇਆ. ਉਹਨਾਂ ਨੂੰ ਮਹਿਸੂਸ ਹੋਇਆ ਕਿ ਹਰ ਜ਼ਰਾ ਜ਼ਰਾ ਜ਼ਮੀਨ ਦਾ ਜਿਹੜਾ ਹੈ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਪਿਆ ਹੈ. ਬੜੀ ਲੰਬੀ ਲਿਸਟ ਦਿੱਤੀ ਨੇ ਪਹਿਲੇ. ਉਹ ਬੰਦੇ ਜਿਹੜੇ ਹੁਣ ਜਿਹੜੇ ਦ੍ਰਿਸ਼ਟ ਅੰਦ੍ਰਿਸ਼ਟ ਦੋਨਾਂ ਦੀ, ਉਹ ਬੰਦੇ ਜਿਹੜੇ ਨਜ਼ਰ ਨਹੀਂ ਆਉਂਦੇ ਉਹਨਾਂ ਦੀ, ਜਿਹੜੇ ਨਜ਼ਰ ਆਉਂਦੇ ਨੇ ਉਹ, ਜਿਹੜੇ ਉਹ ਪਹਿਲੇ ਸਨ ਜਿਹੜੇ ਉਹ, ਜਾਂ ਜਿਹੜੇ ਦੇਵੀ ਦੇਵਤਾ ਉਹ ਇੰਦਰਾਸਨ ਬੈਠੇ ਦੇਵਤਿਆਂ, ਉਹ ਉਹਨਾਂ ਦੀ ਲਿਸਟ. ਫਿਰ ਪ੍ਰਾਕ੍ਰਿਤੀ ਦੇ ਵੀ ਹਰ ਚੀਜ਼ ਗਾਉਣ ਤੋਂ ਪੌਣ ਪਾਣੀ ਬੈਸੰਤਰ, ਇਹ ਵੀ ਵਰਡ ਆਏ. ਹੁਣ ਪੌਣ ਪਾਣੀ ਬੈਸੰਤਰ ਕਿੰਝ ਗਾ ਰਹੇ ਨੇ? ਸੋਚੋ, ਅੱਗ ਤੇਰੇ ਕੋਲ ਕਿੰਝ ਗਾਣੇ ਗਾਉਂਦੀ ਪਈ ਹੈ ਤੇਰੇ ਗੁਣ, ਪਾਣੀ ਤੇਰਾ ਕਿੰਝ ਗੁਣ ਗਾ ਰਿਹਾ, ਕੋਈ ਹਵਾ ਤੇਰੇ ਕਿੰਨੇ ਗੁਣ ਗਾ ਰਹੀ ਹੈ. ਇਹ ਕੋਈ ਪੁੱਛੇ ਫਿਰ ਉਹਨਾਂ ਕੋਲੋਂ ਜਿਹੜੇ ਵਿਸਮਾਦੀ ਹਨ ਜਿਹੜੇ, ਉਹ ਦੱਸਣਗੇ ਤੁਹਾਨੂੰ ਵੀ ਕੀ ਪ੍ਰੋਬਲਮ ਹੈ, ਕੀ ਨਹੀਂ ਹੈ, ਕੀ ਇਸ਼ੂ ਹੈ, ਕੀ ਨਹੀਂ ਹੈ. ਯੂ ਨੋ, ਉਹਨਾਂ ਨੂੰ ਮਹਿਸੂਸ ਹੋਇਆ, ਉਹਨਾਂ ਦੇ ਵਿਸਮਾਦੀ ਹਿਰਦੇ ਨੂੰ ਮਹਿਸੂਸ ਹੋਇਆ, ਤੇ ਉਹਨਾਂ ਦੇ ਵਿਸਮਾਦੀ ਹਿਰਦੇ ਨੂੰ ਜਦੋਂ ਟੱਚ ਹੋਇਆ ਤਾਂ ਉਹਨਾਂ ਨੇ ਲਿਖ ਦਿੱਤਾ. ਔਰ ਲਿਸਟ ਵਿੱਚ ਨਾ ਦੇਖੋਗੇ ਸੋਦਰ ਦੀ ਪੌੜੀ ਵਿੱਚ ਇੱਥੇ ਤੱਕ ਵਰਡ ਆਏ ਹਨ ਕਿ ਇਹ ਤੇ ਲਿਸਟ ਜਿਹੜੀ ਮੇਰੇ ਜ਼ਿਹਨ 'ਚ ਆਉਂਦੀ ਹੈ, ਪਤਾ ਨਹੀਂ ਹੋਰ ਤੁਹਾਨੂੰ ਕਿੰਨੇ ਗਾ ਰਹੇ ਨੇ. ਆਏ ਨਾ ਵਰਡ, ਕਿਹੜੀ ਲਾਈਨਾਂ ਨੂੰ? ਹੋਰ ਤੁਧ ਨੂੰ ਗਾਵਣ ਸੇਮ ਹੈ ਚਿਤ ਨਾ ਆਵਣ,
ਨਾਨਕ ਵਿਚਾਰਾ ਕੀ ਵਿਚਾਰ ਕਰ ਸਕਦਾ ਇਸ ਗੱਲ ਦੇ? ਨਾਨਕ ਨੂੰ ਕੀ ਪਤਾ ਕੌਣ ਗਾ ਰਿਹਾ ਤੇਰੇ ਗੁਣ? ਹੋਰ ਕਿਤੇ ਗਾਉਣ ਹੋਰ ਇਹ ਤੇ ਨਾਨਕ ਦੇ ਜ਼ਿਹਨ 'ਚ ਜਿਹੜੀਆਂ ਗੱਲਾਂ ਆਈਆਂ ਨਾਨਕ ਨੇ ਲਿਖੀਆਂ ਨੇ, ਹੋਰ ਪਤਾ ਨਹੀਂ। ਹੈ ਮੇਰੇ ਦਾਤਾ, ਮੈਂ ਤੈਨੂੰ ਅਗਰ ਇਹ ਕਹਾਂ ਕਿ ਇਹ ਗਾ ਰਹੇ ਨੇ ਤੇ ਫਿਰ ਤੇ ਮੈਂ ਸੀਮਿਤ ਕਰ ਦਿਆਂਗਾ ਤੈਨੂੰ। ਸੀਮਿਤ ਮੈਂ ਤੈਨੂੰ ਕਰਨਾ ਨਹੀਂ। ਲੇਕਿਨ ਕ੍ਰਿਟੀਕਲ ਲਾਈਨ ਇਹ ਹੈ ਉਸ ਪੌੜੀ ਦੀ ਕਿ ਉਹ ਹੈ ਕਿ ਨਾਨਕ ਰਹਿਣ ਰਜਾਈ। ਨਾਨਕ ਦਾ ਕੰਮ ਤੇਰੀ ਨੌਲੇਜ ਤਰਫ ਨਹੀਂ ਦੇਖਣਾ, ਨਾਨਕ ਦਾ ਕੰਮ ਤੇਰੇ ਕੀਰਤਨ ਰੂਪ ਨੂੰ ਸਮਝਣਾ ਨਹੀਂ ਹੈ, ਨਾਨਕ ਦਾ ਕੰਮ ਹੈ ਤੇਰੀ ਰਜ਼ਾ ਵਿੱਚ ਚੱਲਣਾ। ਹਨੂਰ ਔਰ somebody else, can you raise the board? erase ਕਰ ਦਿਓ ਇੱਕ ਸੈਕਿੰਡ ਪੂਰਾ। ਸੋ ਸੋਦਰ ਦੀਆਂ ਪੌੜੀਆਂ ਵਿੱਚ ਪ੍ਰਮਾਤਮਾ ਦੀ ਉਸ ਅਨੰਤ ਕੀਰਤਨ ਬਾਰੇ ਗੱਲ, ਪਰ ਸੋਦਰ ਦੀਆਂ ਪੌੜੀਆਂ ਵਿੱਚ ਉਸ ਪ੍ਰਮਾਤਮਾ ਦੀ ਵਿਸਮਾਦੀ ਹਿਰਦੇ ਨੂੰ ਛੂਹਿਆ ਉਹਨਾਂ ਨੇ, ਔਰ ਛੂ ਕੇ ਲੱਗਿਆ ਉਹਨਾਂ ਨੂੰ ਕਿ ਸਾਰਾ ਦਾ ਸਾਰਾ ਸੰਸਾਰ, ਸਾਰਾ ਦਾ ਸਾਰਾ ਬ੍ਰਹਮਾਂਡ ਕੀਰਤਨ ਕਰਦਾ ਪਿਆ ਹੈ। ਪਰ ਆਪ ਉਹਨਾਂ ਦਾ ਹਿਰਦਾ ਇੰਨਾ ਵਿਸ਼ਾਲ ਹੈ ਕਿ ਕਹਿੰਦੇ ਨੇ, ਹੇ ਮੇਰੇ ਦਾਤਾ ਕੀਰਤਨ ਜੋ ਮਰਜ਼ੀ ਪਿਆ ਕਰੇ, ਨਾਨਕ ਰਜ਼ਾ ਵਿੱਚ ਚੱਲਣ ਵਾਲਾ ਹੈ, ਨਾਨਕ ਤੇਰੀ ਮਰਜ਼ੀ ਦੇ ਨਾਮ ਚੱਲਣ ਵਾਲਾ ਹੈ। ਉਸ ਤੋਂ ਬਾਅਦ ਜਿਹੜੀਆਂ ਪੌੜੀਆਂ ਜਿਹੜੀਆਂ ਆਈਆਂ ਹਨ, ਔਰ ਮੈਂ 3-4 ਹੋਰ ਡਿਸਕਸ ਕਰਾਂਗਾ ਬਿਫੋਰ ਵੀ ਗੈਟ ਇਨਟੂ ਦੀ ਅਦਰ ਵਨਸ। I think I'll be able to manage. If I need your help, I'll call you again. Oh, ਇਹ ਲਿਖਦਾ ਹੀ ਨਹੀਂ। ਸੋ ਮੈਂ 28 ਤੋਂ ਲੈ ਕੇ 31 ਤੱਕ ਦੀਆਂ ਰਿਲੇਟਡ ਹਨ ਪੌੜੀਆਂ, 28 ਤੋਂ 31 ਤੱਕ ਦੀਆਂ। ਕੀ ਹੈ ਕਾਮਨ ਰਿਲੇਸ਼ਨਸ਼ਿਪ 28 ਤੋਂ 31 ਦੀ ਪੌੜੀਆਂ ਵਿੱਚ? ਇੱਕ ਕਾਮਨ ਬੌਂਡ ਹੈ। ਆਦੇਸ਼ ਤੇ ਆਦੇਸ਼, ਆਦ ਨੀਲ ਅਨਾਦ ਅਨਾਦ, ਸਾਰਿਆਂ ਦੀ ਐਂਡਿੰਗ ਸੇਮ ਮੋਲਰ ਹੋਏਗੀ, ਚਾਰਾਂ ਦੀ। ਉਹ ਕਾਮਨ ਬੌਂਡ ਹੈ ਨਾ ਚਾਰਾਂ ਪੌੜੀਆਂ ਦਾ। ਹੁਣ ਕੜੀ ਜੋੜੋ ਇਸ ਨੂੰ, 28 ਤੇ 29 ਵਿੱਚ ਬਹੁਤ ਕਾਮਨ ਬੌਂਡ ਹੈ। ਇਹ 28 ਤੋਂ 29 ਇੱਕ ਵਿੱਚ ਆਉਂਦੀਆਂ ਤੇ 30 ਵਿੱਚ ਸਬਜੈਕਟ ਮੈਟਰ ਥੋੜਾ ਡਿਫਰੈਂਟ ਹੈ। ਕੀ ਹੈ 28 ਤੇ 29 ਦਾ ਕਾਮਨ ਬੌਂਡ? ਲੈਟ ਮੀ ਲੁੱਕ ਐਟ ਦ ਪੌੜੀ ਮਾਈਸੈਲਫ ਇਨ ਦ। ਹਾਂਜੀ, ਜੋਗੀਆਂ ਦੀ ਮੱਤ ਨਾਲ ਕਿਹਦੇ ਨਾਲ ਕੰਪੇਅਰ ਕੀਤਾ ਨੇ? ਜੋਗੀਆਂ ਦੀ ਮੱਤ ਨਾਲ ਕਿਸ ਚੀਜ਼ ਨੂੰ ਕੰਪੇਅਰ ਕੀਤਾ ਹੈ 28 ਤੋਂ 29 ਵਿੱਚ? ਗੁਰਮਤ ਨਾਲ ਕੀਤਾ ਹੈ, ਆਪਣੀ ਫਿਲਾਸਫੀ ਨਾਲ ਕੀਤਾ ਉਹਨਾਂ ਨੇ। ਉਹਨਾਂ 'ਚ ਇਹ ਹੈ, ਅਸੀਂ ਇਹ ਹਾਂ। ਉਹਨਾਂ 'ਚ ਇਹ ਮੰਨਦੇ ਨੇ, ਅਸੀਂ ਇਸ ਗੱਲ ਦੀ ਇੰਪੋਰਟੈਂਸ ਦਿੰਦੇ ਹਾਂ। ਸੋ ਸਰ ਮੁੰਦਾ ਸੰਤੋਖ, ਸਰਮ ਪਤ ਝੋਲੀ, ਧਿਆਨ ਸਾਡੇ 'ਚ ਇੰਪੋਰਟੈਂਟ ਹੈ, ਸਰਮ ਸਾਡੇ ਵਾਸਤੇ ਇੰਪੋਰਟੈਂਟ ਹੈ, ਹਯਾ ਸਾਡੇ ਵਾਸਤੇ ਇੰਪੋਰਟੈਂਟ ਹੈ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਭੁਗਤ ਦੀ ਜੁਗਤੀ ਹੈ ਕਿਤੇ ਪਹੁੰਚਣ ਦੀ, ਹੈ ਨਾ। ਮਨ ਜੀਤੇ ਜਗਜੀਤ, ਇਹ ਤਾਂ ਦੋਨੋਂ ਪੌੜੀਆਂ ਵਿੱਚ ਯੋਗੀਆਂ ਦੀ ਫਿਲਾਸਫੀ ਨੂੰ ਗੁਰਮਤ ਦੀ ਫਿਲਾਸਫੀ ਦੇ ਤੁਲ ਖੜਾ ਕਰਕੇ ਦੱਸਿਆ ਹੈ। ਉਹ ਇਹ ਕਹਿੰਦੇ ਨੇ, ਅਸੀਂ ਇਹ ਕਹਿੰਦੇ ਹਾਂ। ਫॉर एग्जांपल ਮਾਈ ਫੇਵਰਿਟ ਲਾਈਨ ਫਰਮ ਦ ਪੌੜੀ ਨੰਬਰ 29, ਭੁਗਤ ਗਿਆਨ ਤੇ ਦਇਆ ਭੰਡਾਰਨ। ਹਾਂਜੀ, ਭੁਗਤ ਗਿਆਨ ਕਿਸਾ ਹੋਏ ਤੇ ਦਇਆ ਭੰਡਾਰਨ ਕਿੰਜ ਹੈ? ਭੁਗਤ ਕੀ ਹੈ? ਵਾਟ ਇਜ਼ ਭੁਗਤ? ਭੁਗਤ ਇਜ਼ ਫੂਡ। ਤੇ ਭੰਡਾਰਨ ਵਰਤਾਣਾ, ਉਹਨੂੰ ਜੋਗੀਆਂ ਦੇ ਜਦੋਂ ਲੰਗਰ ਵਰਤਾਇਆ ਨੂੰ ਭੰਡਾਰ ਕਹਿੰਦੇ ਜਾਂ ਭੰਡਾਰਨ ਕਹਿੰਦੇ ਨੇ। ਸਾਡੇ ਵਾਸਤੇ ਖਾਣਾ ਜਿਹੜਾ ਹੈ ਉਹ ਗਿਆਨ ਹੈ, ਗਿਆਨ ਸਾਡੀ ਫੂਡ ਹੈ। ਤੇ ਭੰਡਾਰਨ ਕੌਣ ਹੈ ਸਾਡੇ ਵਾਸਤੇ? ਗਿਆਨ ਨਾਲ ਕੀ ਜੁੜਿਆ ਹੋਵੇ ਤਾਂ ਗਿਆਨ ਦੀ ਸਿਫਤੀ ਹੈ ਵੀਰ ਜੀ। ਗਿਆਨ ਦੇ ਨਾਲ ਦਇਆ ਜੁੜੀ ਹੋਵੇ। ਜਦੋਂ ਜਿਸ ਗਿਆਨ ਵਿੱਚ ਦਇਆ ਨਹੀਂ ਹੈ, ਜਿਸ ਗਿਆਨ ਵਿੱਚ ਐਮਪੈਥੀ ਨਹੀਂ ਹੈ, ਜਿਸ ਡਾਕਟਰ ਕੋਲ ਐਮਪੈਥੀ ਨਹੀਂ ਹੈ, ਜਿਸ ਡਾਕਟਰ ਦੂਸਰੇ ਦਾ ਦੁੱਖ ਨਹੀਂ ਸਮਝ ਸਕਦਾ, ਜਿਹੜਾ ਬੰਦਾ ਦੂਸਰੇ ਦਾ ਦੁੱਖ ਨਹੀਂ ਸਮਝ ਸਕਦਾ, ਜਿਹੜੇ ਗਿਆਨ ਵਿੱਚ ਐਮਪੈਥੀ ਨਹੀਂ ਪੈਦਾ ਹੁੰਦੀ, ਉਹ ਗੁਰੂ ਨਾਨਕ ਦੇਵ ਜੀ ਦੀ ਨੌਲੇਜ ਨਹੀਂ ਹੈ, ਨਿਰੀ ਨੌਲੇਜ ਨਹੀਂ ਹੈ। ਇਸੇ ਵਾਸਤੇ ਸਿੱਖ ਦਾ ਹੁਕਮ ਹੈ, ਜਿੱਥੇ ਮਰਜ਼ੀ ਕੋਈ ਹੋਵੇ, ਜਿਸ ਮਰਜ਼ੀ ਕਲਰ ਦਾ ਹੋਵੇ, ਉੱਥੇ ਜਾ ਕੇ ਸੇਵਾ ਕਰੇ। ਚਾਹੇ ਨੇਪਾਲ ਚ ਅਰਥਕੁਏਕ ਆਏ, ਚਾਹੇ ਉਹ ਸੀਰੀਆ ਚ ਕੋਈ ਇਸ਼ੂ ਆਏ, ਉਹ ਦੇਖੇ ਨਾ ਧਰਮ ਕੀ ਹੈ ਉਸਦਾ, ਉਹ ਦੇਖੇ ਨਾ ਕਲਰ ਕੀ ਹੈ ਉਸਦਾ, ਉਹ ਦੇਖੇ ਨਾ ਉਹ ਕਿਸ ਫਿਰਕੇ ਨੂੰ ਬਿਲੋਂਗ ਕਰਦਾ ਹੈ। ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਦਇਆ ਕ੍ਰਿਟੀਕਲ ਹੈ।
ਇਨਫੈਕਟ ਪਹਿਲੀਆਂ ਪੁੜੀਆਂ ਵਿੱਚ ਹੀ ਗੱਲ ਆਈ ਹੈ ਦਇਆ ਧੌਲ ਧਰਮ ਦਇਆ ਤੋਂ ਹੀ ਉਪਜਦੀ ਹੈ ਸਾਰੀ ਗੱਲ, ਐਮਪੈਥੀ ਤੋਂ ਉਪਜਦੀ ਹੈ ਸਾਰੀ ਗੱਲ। ਜੇ ਐਮਪੈਥੀ ਨਹੀਂ ਹੈ ਤੇ ਪ੍ਰਮਾਤਮਾ ਦੇ ਨੇੜੇ ਤੇ ਉਹ ਬੰਦਾ ਜਾ ਹੀ ਨਹੀਂ ਸਕਦਾ ਕਦੀ, ਉਹ ਜਿਹਦੇ ਮਨ 'ਚ ਦਇਆ ਨਹੀਂ ਹੈ, ਜਿਹੜਾ ਦਇਆਲੂ ਨਹੀਂ ਹੈ, ਜਿਹੜੇ ਕਠੋਰ ਹਿਰਦੇ ਵਾਲਿਆਂ ਦਾ ਕੰਮ ਨਹੀਂ ਹੈ ਇਸ ਰਸਤੇ ਤੇ ਜਾਣਾ, ਪ੍ਰਮਾਤਮਾ ਨੂੰ ਪਸੰਦ ਹੀ ਨਹੀਂ ਉਹ। ਤੇ 28 ਤੇ 29 ਦੇ ਵਿੱਚ ਆਪਣੀ ਫਿਲਾਸਫੀ ਨੂੰ ਯੋਗ ਦੀ ਫਿਲਾਸਫੀ ਨਾਲ ਕੰਪੇਅਰ ਕਰਕੇ ਦੱਸਦੇ ਹਨ ਕਿ ਗੁਰਮਤ ਕਿੱਥੇ ਖੜੀ ਹੋਈ ਹੈ, ਉਹ ਕੀ ਹਨ ਤੇ ਅਸੀਂ ਕੀ ਹਾਂ। ਕ੍ਰਿਟਿਸਾਈਜ਼ ਨਹੀਂ ਕੀਤਾ ਉਹਨਾਂ ਨੂੰ, ਇਹ ਨਹੀਂ ਕਿ ਉਹ ਮਾੜੇ ਨਹੀਂ ਹੈ, ਚੰਗੇ ਨੇ, ਉਸ ਗੱਲ ਤੇ ਫੋਕਸ ਨਹੀਂ ਹੈ। ਫੋਕਸ ਇਸ ਗੱਲ ਤੇ ਹੈ ਕਿ ਉਹ ਇਹ ਹਨ, ਅਸੀਂ ਇਹ ਹਾਂ, ਅਸੀਂ ਸਾਡੇ ਵਾਸਤੇ ਇਹ ਹੈ। ਦੇਖੋ ਫੋਰ ਐਗਜ਼ਾਮਪਲ ਅੱਗੇ ਚੱਲੋ ਤੇ ਘਟ ਵਾਜੇ ਨਾਥ ਤੇ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਧ, ਉਹਨਾਂ ਦੀ ਰਿਦ ਸਿਧ ਦੂਸਰੀਆਂ ਅਵਰਾ ਸਾਧ ਹੋਏਗੀ, ਉਹਨਾਂ ਦਾ ਦੂਸਰਾ ਦਾ ਸਵਾਦ ਹੋਏਗਾ, ਪਰ ਸਾਡੇ ਵਾਸਤੇ ਘਟ ਉਹ ਨਾਦ ਉਹਨਾਂ ਦੇ ਵਜਦੇ ਨੇ, ਪਰ ਸਾਡੇ ਤੇ ਪ੍ਰਮਾਤਮਾ ਹਰ ਦਿਲ ਵਿੱਚ ਨਾਦ ਵੱਜਦਾ ਉਸਦਾ, ਅਸੀਂ ਉਸ ਨੂੰ ਮੰਨਦੇ ਹਾਂ। ਹੇ ਮੇਰੇ ਦਾਤਾ ਤੁਸੀਂ ਆਦ ਅਲੀਨ ਅਨੀਦ ਹੋ, ਜੁਗ ਜੁਗ ਏਕੋ ਵੇਸ ਹੋ ਤੁਸੀਂ। ਤੇ ਨੰਬਰ 38 ਤੇ ਆ ਕੇ ਕਿਹਦੇ ਨਾਲ ਕੰਪੇਅਰ ਕਰਦੇ ਨੇ? ਹੁਣ ਯੋਗੀਆਂ ਨਾਲ ਨਹੀਂ ਕੰਪੇਅਰ ਕਰਦੇ, ਹੁਣ ਕੰਪੈਰੀਜ਼ਨ ਕਿੱਥੇ ਹੈ? ਹਾਂਜੀ ਥੋੜਾ ਆਪਣਾ ਵੀ ਲਗਾਓ ਜੀ, ਥੋੜਾ ਸੋਚੋ ਵੀ ਥੋੜਾ। ਹਾਂ ਸਨਾਤਨੀ ਧਰਮ ਨੂੰ ਸਨਾਤਨ ਨਾਲ ਹੁਣ ਸਨਾਤਨੀ ਮਤ ਨਾਲ ਕੰਪੇਅਰ ਕरें ਤੇ ਸਨਾਤਨੀ ਮਤ ਨਾਲ ਜਦੋਂ ਕੰਪੇਅਰ ਕਰਨਗੇ ਤੇ ਫਿਰ ਉਹ ਤਿੰਨਾਂ ਦੀ ਗੱਲ ਆਈ, ਇੱਕ ਮਾਈ ਜੁਗਤ ਵੀ ਆਈ, ਫਿਰ ਉਹ ਤਿੰਨ ਚੇਲਿਆਂ ਦੀ ਗੱਲ ਆ ਗਈ ਤੇ ਸ਼ਿਵ ਜੀ ਦੀ ਗੱਲ ਆਈ, ਵਿਸ਼ਨੂੰ ਦੀ ਗੱਲ ਆਈ, ਹੈ ਨਾ, ਉਹਨਾਂ ਦੀ ਗੱਲ ਹੈ ਵੀ ਠੀਕ ਹੈ ਉਹਨਾਂ ਤਿੰਨ ਚੇਲੇ ਪ੍ਰਵਾਨ ਹੋਣਗੇ, ਪਰ ਸਾਡੇ ਵਿੱਚ ਇੱਕੋ ਹੀ ਹੈ, ਇੱਕੋ ਹੀ ਕਰਨ ਕਰਾਣਾ ਹੈ ਜਿਸ ਨੇ ਸਭ ਨੂੰ ਜਨਮ ਦਿੱਤਾ ਹੈ, ਜਿਸ ਨੂੰ ਹੇ ਮੇਰੇ ਦਾਤਾ ਤੁਸੀਂ ਆਦ ਅਨੀਲ ਅਨਾਦ ਅਨਾਹਤ ਹੋ। ਉਹਨਾਂ ਵਿੱਚ ਹੋਣਗੇ ਜੋਗੀਆਂ ਵਿੱਚ ਤੇ ਸਨਾਤਨੀ ਧਰਮ ਵਿੱਚ ਹੋ ਸਕਦੇ ਟ੍ਰਿਨਿਟੀ ਦੀ ਇੰਪੋਰਟੈਂਸ ਹੋਵੇ। ਗੁਰਮਤ ਵਿੱਚ ਟ੍ਰਿਨਿਟੀ ਨਹੀਂ ਹੈ, ਗੁਰਮਤ ਵਿੱਚ ਯੂਨਿਟੀ ਹੈ, ਇੱਕੋ ਹੀ ਚੀਜ਼ ਹੈ, ਬਸ ਇੱਕੋ ਹੀ ਇੱਕ ਹੈ। ਹਾਂ ਉਸ ਤੋਂ ਬੜੇ ਆਏ ਅੱਗੇ, ਉਹ ਗੱਲ ਹੋ ਰਿਹਾ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਨਾ, ਬਸ ਕਿ ਉਹ ਦੇਖਦੇ ਹਨ ਪਰ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ ਉਹਨਾਂ ਨੂੰ। ਨਹੀਂ ਸ਼ਿਵ ਜੀ ਦੇਖਦੇ ਹਨ, ਰਾਮ ਦੇਖਦੇ ਹਨ, ਸਾਰੇ ਦੇਖਦੇ ਹਨ, ਕਰਦੇ ਹਨ, ਪਰ ਉਹ ਵੱਡਾ ਹੈ ਸਭ ਤੋਂ, ਬਣਾਉਣ ਵਾਲਾ ਕਰਨ ਵਾਲਾ ਉਹ ਹੈ। ਉਹ ਬੇਸ਼ੱਕ ਜਿੰਨੇ ਮਰਜ਼ੀ ਦੇਖਣ, ਜਿੰਨੇ ਮਰਜ਼ੀ ਦੇਖਣ, ਜੋ ਮਰਜ਼ੀ ਕਰਨ, ਉਹ ਨਜ਼ਰ ਉਸੇ ਨੂੰ ਆਉਂਦਾ ਜਿਸ ਨੂੰ ਉਹ ਆਪਣੇ ਆਪ ਨੂੰ ਰਿਵੀਲ ਕਰਨਾ ਚਾਹਵੇ। ਜਦ ਤੱਕ ਉਹ ਖੁਦ ਰਿਵੀਲ ਨਹੀਂ ਕਰਨਾ ਚਾਹੇਗਾ ਤੁਸੀਂ ਕੁਝ ਨਹੀਂ ਕਰ ਸਕਦੇ ਉਹਦੇ ਉੱਤੇ। ਉਹ ਵੇਖੇ ਪਰ ਉਹਨਾਂ ਨਜ਼ਰ ਨਾ ਆਵੇ। ਨਾਲੇ ਵਿਡਾਣ ਵੀ ਬੜੀ ਸਹੀ। ਅਗਲੀ ਲਾਈਨ ਦੇਖੋ ਨਾ, ਬਹੁਤਾ ਇਹੋ ਵਿਡਾਣ, ਇਹ ਦੇਖ ਲਓ ਇਹ ਕਿਹੋ ਜਿਹਾ ਵੱਡਾ ਵਿਡਾਣ ਹੈ, ਇਹ ਕਿਹੋ ਜਿਹੀ ਕਦੀ ਵਿਡੰਬਨਾ ਹੈ। ਵਿਡੰਬਨਾ ਦੀ ਇੰਗਲਿਸ਼ ਕੀ ਹੋਏਗੀ ਟ੍ਰਾਂਸਲੇਸ਼ਨ ਦੀ? ਵਿਡੰਬਨਾ ਦੀ ਇੰਗਲਿਸ਼ ਇਕੁਇਵਲੈਂਟ ਵਰਡ ਕਿਹੜਾ ਹੋਏਗਾ? ਅੱਛਾ ਨਹੀਂ, ਇਹ ਸਰਕਾਜ਼ਮ ਹੈ ਇੱਥੇ, ਇੱਕ ਸਰਕਾਸਟਿਕ ਟੋਨ ਹੈ ਇੱਥੇ, ਇੱਕ ਸਰਕਾਜ਼ਮ ਹੈ, ਵਿਡੰਬਨਾ ਹੈ। ਮਤਲਬ ਕਿ ਕੀ ਹੈ? ਮਤਲਬ ਕਿ ਹੈ या फार्स कह लो या समथिंग लाइक दैट। की है विडंबना ही है ना वाली, या ये क्वेश्चनेबल है, क्यों जी विडंबना है, यू नो। सो नंबर 30 तो बाद फिर 31 विच अपना उपदेश देंदे हैं। 31 विच गुरमत दा उपदेश और विस्मादी हिरदा बोलिया उन्हां दा। आसन लोए लोए भंडार, दो बारी लोए लोए वर्ड आए हैं। एक लोए आसन नाल डील करता है ते एक लोए ਭੰਡਾਰ ਨਾਲ ਡੀਲ ਕਰਦਾ। ਉਹ ਹਰ ਜਗ੍ਹਾ ਬੈਠਾ ਹੋਇਆ, ਉਹ ਕਿਧਰੇ ਗਿਆ ਨਹੀਂ, ਉਹ ਆਸਣ ਲਗਾ ਕੇ ਹਰ ਜਗ੍ਹਾ ਬੈਠਾ, ਆਪਣੀ ਸ੍ਰਿਸ਼ਟੀ ਨੂੰ ਦੇਖਦਾ ਪਿਆ ਹੈ ਔਰ ਉਸ ਨੂੰ ਕੋਈ ਆਸਤੇ ਆਸਤੇ ਕਰਕੇ ਕੋਈ ਚੀਜ਼ ਕ੍ਰੀਏਟ ਕਰਨ ਦੀ ਲੋੜ ਨਹੀਂ। ਉਹ ਜੋ ਚਾਹੇ ਤੇ ਸਭ ਕੁਝ ਇਕੱਠਾ ਕ੍ਰੀਏਟ ਕਰ ਲਵੇ, ਤੇ ਜੇ ਚਾਹੇ ਤੇ ਟਾਈਮ ਲੈ ਕੇ ਕ੍ਰੀਏਟ ਕਰੇ, ਉਹਦੀ ਮਰਜ਼ੀ ਹੈ, ਜੋ ਮਰਜ਼ੀ ਕਰੇ ਪਿਆ। ਉਹ ਚਾਹੇ ਤੇ ਇਕੱਠਿਆਂ ਡਿਸਟਰੋਏ ਕਰ ਦੇਵੇ ਸਾਰਿਆਂ ਨੂੰ, ਚਾਹੇ ਤੇ ਹੌਲੀ ਹੌਲੀ ਕਰਕੇ ਕਿਸੇ ਨੂੰ ਮਾਰ ਦੇਵੇ। ਨਾਮ ਵਿੱਚ ਕੋਈ ਉਹ ਨਹੀਂ ਹੈ, ਕੋਈ ਉਹਦੇ ਕੋਈ ਕਨੈਕਸ਼ਨ ਨਹੀਂ ਹੈ ਕਿਸੇ ਨਾਲ। ਨਾਮ ਦਾ ਨਾਮ ਅਲੱਗ ਹੈ, ਨਾਮ ਬੈਠਾ ਹੋਇਆ, ਉਹਦੇ ਨਾਲ ਕੋਈ ਕਿਸੇ ਨਾਲ ਮੋਹ ਮਾਇਆ ਨਹੀਂ ਹੈ ਨਾਮ ਦੀ ਕਿਸੇ ਨਾਲ। ਕਰ ਕਰ ਵੇਖੇ ਸਿਰਜਣਹਾਰ, ਸੱਚੇ ਕੀ ਸਾਚੀ ਕਾਰ ਹੈ ਨਾ ਇਸ ਵਾਸਤੇ, ਇसी ਵਾਸਤੇ ਉसी ਨੂੰ ਨਮਸਕਾਰ ਹੈ। ਆਦੇਸ਼ ਮਨੇ ਨਮਸਕਾਰ ਹੈ, ਆਦੇਸ਼ ਤੇ ਸੇ ਆਦੇਸ਼। ਆਦ ਨੀਲ ਅਨਾਦ ਅਨਾਹਤ ਹੈ, ਜੁਗ ਜੁਗ ਕੋ ਵੇਸ। ਤੇ ਹੁਣ ਮੈਨੂੰ ਦੱਸੋ ਕਿ ਨੰਬਰ 32 ਵਿੱਚ ਕੀ ਇਸ਼ੂ ਆ ਰਿਹਾ ਹੈ? ਰੀਡ ਦ ਪੋਡੀ ਐਂਡ ਟੈਲ ਮੀ ਵਾਟ ਦ 32 ਡੀਲਸ ਵਿਦ। ਬੜੀ ਵੱਡੀ ਅਰਦਾਸ ਕੀਤੀ ਨੇ 32 ਵਿੱਚ।
ਪਰਮਾਤਮਾ ਅੱਗੇ ਹੱਥ ਜੋੜ ਕੇ ਅਰਦਾਸ ਕੀਤੀ ਉਹਨਾਂ ਨੇ 32 ਵਿੱਚ। ਕੀ ਅਰਦਾਸ ਹੈ ਜੀ ਉਹ? ਕਿਹਦੇ ਵਾਸਤੇ ਅਰਦਾਸ ਕਰਦੇ ਪਏ ਨੇ? ਹਾਂਜੀ, ਕਿਸ ਚੀਜ਼ ਬਾਰੇ ਅਰਦਾਸ ਕਰਦੇ ਪਏ ਨੇ? ਵੀ ਹੇ ਮੇਰੇ ਦਾਤਾ, ਨਾਮ ਤੇ ਨਦਰ ਵਾਸਤੇ ਅਰਦਾਸ ਹੈ ਕਿ ਇਹ ਚੀਜ਼ਾਂ ਨੌਲੇਜ ਤੋਂ ਨਹੀਂ ਮਿਲਦੀਆਂ। ਇਹ ਚੀਜ਼ਾਂ ਕਿੱਥੋਂ ਬਾਜ਼ਾਰੋਂ ਨਹੀਂ ਖਰੀਦ ਸਕਦੇ ਤੁਸੀਂ, ਜਦ ਤੱਕ ਉਹਦੀ ਮਿਹਰ ਨਾ ਹੋਵੇ, ਜਦ ਤੱਕ ਉਹ ਨਾ ਚਾਹੁੰਦਾ ਹੋਵੇ ਤੁਹਾਡੀ ਝੋਲੀ 'ਚ ਪੈਣ। ਤੇ ਚਾਹੇ ਤੁਸੀਂ ਇੱਕ ਜ਼ਬਾਨ ਨਹੀਂ, ਪ੍ਰਮਾਤਮਾ ਤੁਹਾਨੂੰ ਕਰੋੜਾਂ ਜ਼ਬਾਨ ਦੇ ਦੇਵੇ, ਹਜ਼ਾਰਾਂ ਜ਼ਬਾਨ ਦੇ ਦੇਵੇ, ਉਸ ਹਜ਼ਾਰਾਂ ਜ਼ਬਾਨਾਂ ਵਾਂ ਲੱਖਾਂ ਵਾਰੀ ਉਸ ਨੂੰ ਯਾਦ ਕਰੋ, ਤਾਂ ਵੀ ਅਲਟੀਮੇਟ ਡਿਸੀਜਨ ਉਸੀ ਦਾ ਹੈ, ਤੁਹਾਨੂੰ ਮਿਲਣਾ ਕਿ ਨਹੀਂ ਮਿਲਣਾ। ਹਾਂ, ਰਸਤਾ ਹੀ ਹੈ ਉੱਥੇ ਜਾਣ ਦਾ। ਬੜੇ ਕਿੰਨੇ ਸੋਹਣੇ ਵਰਡ ਆਏ ਨਾ, ਇਹ ਤਰ੍ਹਾਂ ਪਤ ਪਵੜੀਏ ਚੜੀਏ, ਪਵੜੀਏ ਮਨੇ ਪੌੜੀਆਂ, ਚੜਨਾ ਮਨੇ ਚੜਨਾ, ਇਹ ਤਰ੍ਹਾਂ ਮਨੇ ਇਹ ਰਸਤਾ ਹੈ। ਪਤ ਮਨੇ ਪਰਮਾਤਮਾ ਤੇ ਚੜਨ ਦਾ ਰਸਤਾ, ਪੌੜੀਆਂ ਜਿਹੜੀਆਂ ਨੇ ਇਹ ਹੀ ਜਾਂਦੀਆਂ ਉੱਤੇ, ਤੇ ਜਿਹੜਾ ਚੜਦਾ ਹੈ ਉਹਦਾ ਕੀ ਹਾਲਤ ਹੋਏ 21 ਮਤਲਬ ਇੱਕ ਮਿਕ ਹੋ ਜਾਂਦਾ ਉਹਦੇ ਨਾਲ, ਉਹਦੇ ਕੋਈ ਫਰਕ ਨਹੀਂ ਰਹਿ ਜਾਂਦਾ ਉਹਦੇ ਵਿੱਚ। ਅਰਦਾਸ ਕਰਦੇ ਹਨ ਹੁਣੇ, ਮੇਰੇ ਦਾਤਾ ਮੇਰੇ ਤੇ ਵੀ ਨਦਰ ਕਰੋ, ਨਦਰ ਦੀ ਦਾਤ ਮੇਰੇ ਤੇ ਰੱਖੋ ਤੁਸੀਂ, ਕਿਉਂਕਿ ਨਕਲੀ ਬੜੇ ਹਨ ਨਾ, ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਵਾਲੇ ਵੀ ਬੜੇ ਹਨ, ਨਕਲੀ ਬੜੇ ਬੈਠੇ ਨਾ। ਇਸ ਚੀਜ਼ ਵਿੱਚ ਵੀ ਜੀ ਬਦਨਾਮ ਹੀ ਤਾਂ ਹੀ ਹੋਇਆ ਕਿਉਂਕਿ ਇਹਦੇ ਵਿੱਚ ਨਕਲਚੀ ਬਹੁਤ ਬੰਦੇ ਨੇ। ਆਸਾਨ ਹੈ ਕਿਸੇ ਦੀ ਨਕਲ ਕਰਨੀ, ਬੜੀ ਬਹੁਤ ਆਸਾਨ ਹੈ ਨਕਲ ਕਰਨੀ ਕਿਸੇ ਦੀ, ਭਗਤ ਬਣ ਕੇ ਬੈਠ ਜਾਣਾ, ਲੇਕਿਨ ਉਸਨੂੰ ਪਤਾ ਹੈ ਅੰਦਰ ਲੋਕ ਮੇਰੀ ਪ੍ਰਾਪਤੀ ਕੁਝ ਨਹੀਂ ਹੋਈ, ਲੇਕਿਨ ਪ੍ਰਿਟੈਂਡ ਤੇ ਕਰ ਸਕਦੇ ਨਾ ਕਿ ਪ੍ਰਾਪਤੀ ਹੋਈ ਹੈ ਮੈਨੂੰ। ਤੇ ਜਦੋਂ ਪ੍ਰਿਟੈਂਡ ਕਰਦਾ ਹੈ ਤੇ ਕਈ ਪਿੱਛੇ ਲੱਗ ਪੈਂਦੇ ਨੇ ਉਹਨਾਂ ਦੇ। ਕਿਉਂ? ਕਿਉਂਕਿ ਉਹ ਸੁਣ ਗੱਲਾਂ ਆਕਾਸ਼ ਕੀ ਹੈ ਨਾ। ਹੁਣ ਕਈ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦੇਖ ਕੇ ਤੇ 22 ਗੱਦੀਆਂ ਧਾਰ ਲਿੱਤੀਆਂ ਉਹਨਾਂ ਨੇ, ਬੈਠ ਕੇ ਉੱਤੇ ਅਸੀਂ ਗੁਰੂ ਹਾਂ। ਕੋਈ ਕਹੇ ਮੈਂ ਹੀ ਹਾਂ ਗੁਰੂ ਤੇਗ, ਮੈਂ ਹੀ ਅਗਲਾ ਗੁਰੂ। ਹੁਣ ਕੋਈ ਬੇਸ ਪੜਾਉਣਾ, ਸ਼ਕਲ ਪੜਾਉਣਾ ਤੇ ਕੋਈ ਗੁਰੂ ਨਹੀਂ ਬਣ ਜਾਂਦਾ। ਇਹ ਪਿੱਛੇ ਜੇ ਅੱਜ ਤੋਂ 10 ਸਾਲ ਪਹਿਲੇ ਬੜੀ ਚੰਗੀ ਕੋਈ ਕਿਹੜਾ ਬੰਦਾ ਸੀ ਉਹ ਜਿਹਦੇ ਉਹ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਕਹਿਣਾ ਸ਼ੁਰੂ ਕਰ ਦਿੱਤਾ। ਹਾਂ ਰਾਮ, ਉਹ ਪੁੱਛੋ ਪਹਿਲੇ ਕਹਿੰਦੇ ਅਸੀਂ ਆਪਣੀ ਇੰਨੀ ਵੱਡੀ ਇਨਸਿਕਿਉਰਿਟੀ ਹੈ। ਉਹ ਯਾਰ ਕੋਈ ਕਹਿ ਦੇਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਬਣ ਗਿਆ ਤਾਂ ਬਣ ਜਾਏਗਾ, ਇੰਨਾ ਆਸਾਨ ਹੈ ਕਿ ਮੈਂ ਗੁਰੂ ਨਾਨਕ ਬਣ ਜਾਓਗੇ ਤੁਸੀਂ। ਉਹ ਯਾਰ ਇੱਥੇ 2 ਮਿੰਟ ਦੀ ਕਹਾਣੀ, ਖਾਲੀ ਆਪਣੀ ਨਾਮ ਬਦਲਣ ਨਾਲ ਕੋਈ ਇਤਨਾ ਈਜ਼ੀ ਹੈ ਕੋਈ ਕਰਨਾ। ਪਰ ਸਾਡੇ ਮਨ ਕਈ ਵਾਰੀ ਵੀ ਇਨਸਿਕਿਉਰ ਹੋ ਜਾਂਦੇ ਨੇ ਅੰਦਰੋਂ, ਤੇ ਬੰਦਾ ਇਨਸਿਕਿਉਰਿਟੀ ਦੇ ਵਿੱਚ ਜਦੋਂ ਆ ਜਾਂਦਾ ਤੇ ਇਨਸਿਕਿਉਰਿਟੀ ਦੇ ਵਿੱਚ ਟੁੱਟਿਆ ਹੋਇਆ ਬੰਦਾ, ਫਿਰ ਉਹ ਬੰਦਾ ਦੂਸਰੇ ਤੇ ਬਦਲੇ ਲੈਣੇ ਸ਼ੁਰੂ ਕਰ ਦਿੰਦਾ ਜੀ, ਉਹਨੂੰ ਮਾਰੋ, ਇਹ ਕਰੋ। ਉਹਨੂੰ ਮਾਰਨ ਦੀ ਲੋੜ ਹੀ ਨਹੀਂ ਹੈ, ਆਪਸ 'ਚ ਰੱਖੋ ਤੁਸੀਂ ਗੱਲ ਕੋ। ਯਾਰ ਕੋਈ ਇੱਕ ਬੰਦਾ ਕਹਿ ਦੇਗਾ ਮੈਂ ਗੁਰੂ ਨਾਨਕ ਬਣ ਗਿਆ ਤੇ ਗੁਰੂ ਨਾਨਕ ਬਣ ਜਾਏਗਾ। ਇੰਨਾ ਈਜ਼ੀ ਹੈ ਬਣਨਾ ਗੁਰੂ ਨਾਨਕ, ਇੰਨਾ ਈਜ਼ੀ ਹੈ ਬਣਨਾ ਗੁਰੂ ਗੋਬਿੰਦ ਸਿੰਘ। ਪਗੜੀ ਬੰਨ ਲਿੱਤੀ ਤੇ ਉਹ ਅੰਮ੍ਰਿਤ ਕੋ ਚਕਾ ਲਿਆ ਤੇ ਗੁਰੂ ਗੋਬਿੰਦ ਸਿੰਘ ਬਣ ਗਿਆ। ਹਾਂ ਯਾਰ ਇਟਸ ਦੈਟ ਈਜ਼ੀ ਯੂ ਥਿੰਕ ਇਟ ਇਜ਼, ਇਨ ਥੋੜਾ ਨਾ ਹੁੰਦਾ ਕੋਈ। ਇਹ ਤੇ ਬੜੇ ਆਏ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਇਹਨਾਂ ਨੇ ਇੱਥੇ ਬਹੁਤ ਸੋਹਣਾ ਲਿਖਿਆ, ਕਹਿੰਦੇ ਨੇ ਕੀਟ ਉਡਾਰੀ ਤੇ ਹੰਸ ਉਡਾਰੀ 'ਚ ਬਹੁਤ ਵੱਡਾ ਫਰਕ ਹੈ। ਕੀੜਾ ਦਾ ਉੜਨਾ ਤੇ ਹੰਸ ਦੀ ਉਡਾਨ ਦੇ ਵਿੱਚ ਬਹੁਤ ਵੱਡਾ ਫਰਕ ਹੈ। ਦੁਨੀਆ ਨੂੰ ਧੋਖਾ ਦੇ ਸਕਦਾ ਹੈ ਬੰਦਾ ਕੀੜਾ ਕਿ ਮੈਂ ਹੰਸ ਵਰਗਾ ਬਣ ਗਿਆ। ਉਹ ਕੀਟ ਉਡਾਰੀ ਤੇ ਹੰਸ ਉਡਾਰੀ ਵਿੱਚ ਬਹੁਤ ਵੱਡਾ ਫਰਕ ਹੈ। ਨਹੀਂ, ਤੁਸੀਂ ਉਹਦੀ ਕੀੜੇ ਦੀ ਉਡਾਰੀ ਤੇ ਹੰਸ ਦੀ ਉਡਾਰੀ 'ਚ ਕੰਪੈਰੀਜ਼ਨ ਨਹੀਂ ਕਰ ਸਕਦੇ। ਕੂੜੇ ਠੀਸ ਹੈ, ਜਿਹੜੇ ਝੂਠਿਆਂ ਨੇ ਕੀ ਝੂਠਿਆਂ ਤੇ ਮਾਰ ਪੈਣੀ ਅੰਦਰ ਤੇ ਪਤਾ ਨਾ ਉਹਨੂੰ ਝੂਠੇ ਸਾਰੇ। ਹਾਂਜੀ, ਸੋ ਇਹ ਨੰਬਰ 32 ਦਾ ਭਾਵ ਹੈ। ਇਹ ਤਾਂ ਮਤਲਬ ਲਿਟਲ ਮੀਨਿੰਗ ਆਈ ਡੋਨਟ ਲਾਈਕ ਲਿਟਲ ਮੀਨਿੰਗ। ਇਹ ਤਰ੍ਹਾਂ ਮਤਲਬ ਇਹ ਤਰ੍ਹਾਂ ਮਤਲਬ ਇਸ ਰਾਹ ਪਤ ਪਵੜੀਏ, ਪਰਮਾਤਮਾ ਦੇ ਚੜਨ ਦੀਆਂ ਪੌੜੀਆਂ, ਪਰਮਾਤਮਾ ਤੇ ਜਾਣ ਵਾਲੀਆਂ ਪੌੜੀਆਂ, ਪਰਮਾਤਮਾ ਤੇ ਤੱਕ ਪਹੁੰਚਾਉਣ ਵਾਲੀਆਂ ਸਟੇਅਰਸ। ਇਹ ਤਰ੍ਹਾਂ ਪਤ ਪਵੜੀਏ ਚੜੀਏ, ਇਸ ਤਰੀਕੇ ਨਾਲ ਤੁਸੀਂ ਪਰਮਾਤਮਾ ਦੇ ਰਸਤੇ ਵਿੱਚ ਉਹ ਪੌੜੀਆਂ ਚੜ ਸਕਦੇ ਹੋ। ਤੇ ਜੇ ਚੜੋਗੇ ਤੇ ਫਿਰ ਉਹਦੇ ਤੁਹਾਡੀ ਕੋਈ ਫਰਕ ਨਹੀਂ ਰਹਿ ਜਾਣਾ, 21 ਹੋ ਜਾਓਗੇ। ਫਿਰ 21 ਮਤਲਬ ਇੱਕ ਆਤਮਾ ਬਣ ਜਾਏਗੀ, ਇੱਕ ਚੀਜ਼ ਹੋ ਜਾਏਗੀ ਤੁਹਾਡੇ। ਰਸਤਾ ਉੱਪਰ ਦੱਸਾ ਉਹ ਹੈ ਰਸਤਾ ਮੈਂ ਇੱਥੇ ਵੱਡਾ ਲਿਖ ਦੇਣਾ। ਇਸ ਤੋਂ ਵੱਡਾ ਇਹੀ ਰਸਤਾ ਹੈ, ਰਸਤਾ ਇਹ ਲਿਖਿਆ ਹੈ, ਹੋਰ ਕੋਈ ਨਹੀਂ।
ਰਸਤਾ ਹੋਰ ਕੋਈ ਨਹੀਂ। ਇਸ ਘਰ ਵਿੱਚ ਰਸਤਾ ਇੱਕੋ ਹੀ ਹੈ। ਇਸ ਘਰ 'ਚ ਕੁਝ ਹੋਰ ਪ੍ਰਵਾਨ ਨਹੀਂ ਹੋਇਆ। ਹਾਂ ਤੇ ਪੜ੍ਹ ਕੇ ਸੁਣਾ ਦਿਓ ਮੇਰੀ ਅੱਖਾਂ 'ਚ। ਤੁਸੀਂ ਪੜ੍ਹ ਕੇ ਸੁਣਾ ਦਿਓ, ਪੜ੍ਹ ਕੇ ਸੁਣਾ ਦਿਓ, ਗੁੱਡ ਗੁੱਡ। ਉੱਚਾ ਪੜ੍ਹ ਕੇ ਸੁਣਾ ਦਿਓ ਤਾਂ ਕਿ ਸਮਝ ਆਏ ਸਾਰਿਆਂ ਨੂੰ। ਇਹ ਸੰਥਿਆ ਵਿੱਚੋਂ ਹੀ ਹੈ, ਲਾਈਨਾਂ ਸੰਥਿਆ ਵਿੱਚੋਂ ਹੀ ਹੈ। ਅੱਛਾ, ਔਰ ਸਟੇ ਨੀਅਰ ਮੀ। ਓਕੇ, ਹੁਣ ਤੁਸੀਂ ਬੋਲੋ। ਨਾਮ ਦਾ ਰਸਨਾ ਦੁਆਰਾ ਜਾਪ। ਰਾਮ ਦਾ ਰਸਨਾ ਦੁਆਰਾ ਜਾਪ। ਦੂਸਰਾ ਹੈ ਫਿਰ ਮਨ ਵਿੱਚ ਨਾਮ ਦਾ ਨਿਵਾਸ। ਮਨ ਵਿੱਚ ਨਾਮ ਦਾ ਨਿਵਾਸ। ਫਿਰ ਲੂਨੋ ਵਿੱਚ ਨਾਮ ਦੀ ਰਸਮੈ ਪ੍ਰੀਤੀ ਸੀ। ਹੁਣ ਇਹ ਚੀਜ਼ ਜਿਹੜੀ ਹੈ ਨਾ, ਇਹ ਚੀਜ਼ ਇਹ ਜਿਗਿਆਸੂ ਦੀ ਆਪਣੇ ਐਕਸਪੀਰੀਅੰਸ ਹੈ। ਉਹਦੇ ਕੋਈ ਦਵਾਈ ਨਹੀਂ ਹੈ ਕਿ ਬਾਜ਼ਾਰੂ ਕੋਈ ਮੈਂ ਲਿਆ ਕੇ ਕੋਈ ਲੂਲੂ ਮੇਰੇ ਮਨ 'ਚ ਨਾਮ ਪਾ ਦਿਓ ਜੀ। ਹਾਂਜੀ, ਫਿਰ ਅਗਲੀ। ਫਿਰ ਵਰਣ ਤ੍ਰਿਣ ਵਿੱਚ ਨਾਮ ਦੀ ਵਿਆਪਕ ਪ੍ਰਤੀਤੀ। ਹੁਣ ਜਿੱਥੇ ਅੱਖਾਂ ਦੇਖਦੀਆਂ ਹਨ ਉਸ ਪ੍ਰਮਾਤਮਾ ਦਾ ਵਿਸਮਾਦੀ ਰੂਪ ਨਜ਼ਰ ਆਏ ਉਸ ਨੂੰ। ਹੁਣ ਦੇਖੇ ਤੇ ਫਿਰ ਉਹਨਾਂ ਨੂੰ ਨਜ਼ਰ ਆਇਆ। ਫਿਰ ਨਾਮੀ ਦੀ ਲਖਤਾ। ਫਿਰ ਨਾਮੀ ਦੀ ਲਖਤਾ ਵੀ ਹੋ ਜਾਂਦੀ ਹੈ ਉਸ ਨੂੰ। ਨਾਮੀ ਦੀ ਪਛਾਣ ਹੋ ਜਾਂਦੀ ਹੈ ਨਾਮੀ ਦੀ ਉਸ ਨੂੰ। ਜਪਜੀ ਪੜਨ ਵਾਲੇ ਨੂੰ ਨਾਮੀ ਦੀ ਲਖਤਾ ਹੋਣੀ ਚਾਹੀਦੀ ਹੈ, ਪਰ ਜਪਜੀ ਪੜਨ ਵਾਲੇ ਨੂੰ ਨਾਮੀ ਦੀ ਲਖਤਾ ਹੋ ਨਹੀਂ ਰਹੀ ਕਿਉਂਕਿ ਜਪਜੀ ਬਾਰੇ ਸਮਝ ਨਹੀਂ। ਹਾਂਜੀ, ਅਗਲੀ। ਫਿਰ ਨਾਮ ਤੇ ਨਾਮੀ ਦਾ ਪਰਸਪਰ ਸੰਗਮ। ਬਸ ਫਿਰ ਨਾਮ ਤੇ ਨਾਮੀ 'ਚ ਫਰਕ ਕੀ ਰਹਿ ਗਿਆ ਫਿਰ। ਹਾਂਜੀ, ਫਿਰ ਨਾਮੀ ਵਿੱਚ ਡੋਲਤਾ। ਨਾਮੀ ਵਿੱਚ ਡੋਲਤਾ ਹੈ, ਫਿਰ ਹੋਏਗੀ ਨਾਮੀ ਵਿੱਚ ਡੋਲਤਾ। ਹਾਂਜੀ, ਉਹ These are 7 stages. 7 ਸਟੇਜ ਲਿਖੇ ਨੇ ਭਾਈ ਵੀਰ ਸਿੰਘ। ਭਾਈ ਇਹ ਸੰਥਿਆ ਵਿੱਚ ਹੋਏ। ਮੈਂ ਜਿੱਥੇ ਪੜਦਾ ਮੈਂ ਇਸੇ ਵਿੱਚ ਹੀ ਹੈ। ਇੱਕ ਦੂਜੀ ਬਾਤ ਅਸੀਂ ਅੱਗੇ ਨਹੀਂ, ਇੱਥੇ ਵੀ ਲਿਖਿਆ ਨੇ। ਇੱਥੇ ਵੀ ਪ੍ਰੇਮ ਬਾਰੇ ਗੱਲ ਆਈ ਹੈ। ਇੱਥੇ ਵੀ ਪ੍ਰੇਮ ਬਾਰੇ ਗੱਲ ਆਈ ਹੈ। ਇਹ ਪ੍ਰੇਮ ਹੈ, ਹੋਰ ਕੁਝ ਨਹੀਂ। ਇਹ ਉਹਨਾਂ ਦਾ ਰਸਤਾ ਸਿਰਫ ਪ੍ਰੇਮ ਹੈ ਵੀਰ ਜੀ। ਹਾਂਜੀ, ਪ੍ਰੇਮ ਜਿਹੜੇ ਦੁਸ਼ਮਣ ਜਿਹੜੇ ਵੀਰ ਜੀ ਜਿਹੜੇ ਦੁਸ਼ਮਣਾਂ ਦੇ ਨਾਂ ਹੈ ਨਾ, ਜਿਹੜੇ ਦੁਸ਼ਮਣਾਂ ਤੇ ਬਹੁਤਾ ਫੋਕਸ ਨਹੀਂ ਕੀਤਾ ਗੁਰੂਆਂ ਨੇ। ਉਹਨਾਂ ਨੇ ਕਿਹਾ ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਫੋਕਸ ਨਾ ਕਰ, ਤੂੰ ਉਹਨਾਂ ਦੇ ਉਲਟੇ ਚੀਜ਼ ਤੇ ਫੋਕਸ ਕਰ। ਤੁਸੀਂ ਗੁਣ ਪੈਦਾ ਕਰੋ, ਅਵਗੁਣ ਆਪਣੇ ਆਪ ਜਾਣਗੇ। ਸੋ ਉਹਨਾਂ ਤੋਂ ਦੇਖੋ ਤੁਸੀਂ ਗੁਰਬਾਣੀ ਵਿੱਚ ਬਹੁਤੀ ਜਗ੍ਹਾ ਉਹਨਾਂ ਅਵਗੁਣਾਂ ਤੇ ਬਹੁਤਾ ਫੋਕਸ ਨਹੀਂ ਕੀਤਾ ਗਿਆ, ਗੁਣਾਂ ਤੇ ਫੋਕਸ ਜ਼ਿਆਦਾ ਹੈ। ਅਵਗੁਣ ਲੇਕਿਨ ਗੁਣ ਧਾਰਨ ਕਰੋਗੇ ਤੇ ਅਵਗੁਣ ਜਾਣਗੇ ਨਾ ਵੀਰ ਜੀ। ਜਿਤਨੇ ਹਾਂ ਗੁਣ ਧਾਰਨ ਕਿੱਥੋਂ ਹੋਣਗੇ? ਗੁਣ ਧਾਰਨ ਹੋਣਗੇ ਗੁਰਬਾਣੀ ਦੀ ਵਾਰਮਥ ਤੋਂ। ਦੇ ਗੁਰਬਾਣੀ ਦੀ ਵਾਰਮਥ ਮਿਲੇਗੀ ਤੇ ਗੁਣ ਆਣਗੇ। ਉਹ ਗੁਣ ਜਦੋਂ ਆਣਗੇ ਤੁਹਾਡੇ ਅੰਦਰ ਤੇ ਅਵਗੁਣ ਆਪਣੇ ਆਪ ਛੁੱਟਣਗੇ, ਘੱਟ ਹੋ ਜਾਣਗੇ ਉਹਦਾ ਅਸਰ। ਤੁਸੀਂ ਦੇਖ ਲਓ, ਤੁਸੀਂ ਕੰਮ ਕਰੋ, ਤੁਸੀਂ ਐਕਸਪੈਰੀਮੈਂਟ ਕਰਕੇ ਦੇਖੋ ਵੀਰ ਜੀ। 1-2 ਹਫ਼ਤੇ ਬਹੁਤੀ ਸੇਵਾ ਕਰੋ, ਹੈ ਨਾ। ਐਸੀ ਅਣਜਾਣ ਜਗ੍ਹਾ ਤੇ ਜਿੱਥੇ ਪਹਿਲੇ ਕੀਤੀ ਨਾ ਹੋਵੇ, ਕੋਈ ਜਾਣ ਪਛਾਣ ਨਾ ਹੋਵੇ, ਜਿੱਥੇ ਦਿਨ ਰਾਤ ਲਗਾ ਦਿਓ ਕਿਸੇ ਦਾ ਦੁੱਖ ਦੂਰ ਕਰਨ ਵਿੱਚ। ਤੁਸੀਂ ਸਡਨਲੀ ਮਹਿਸੂਸ ਹੋਏਗਾ ਕਿ ਤੁਹਾਡੇ ਵਿੱਚ ਜੈਲਸੀ ਔਰ ਤੁਹਾਡੇ ਵਿੱਚ ਪ੍ਰੋਪੈਂਸਿਟੀ ਟੂ ਕਲੈਕਟ ਮਟੀਰੀਅਲ ਥਿੰਗਸ ਘਟ ਗਈ ਹੈ। ਤੁਹਾਡੇ ਵਿੱਚ ਪ੍ਰੋਪੈਂਸਿਟੀ ਟੂ ਹੈਲਪ ਅਦਰਸ ਵੱਧ ਜਾਏਗੀ। ਅਗਰ ਤੁਸੀਂ ਇਸ ਪ੍ਰੋਸੈਸ ਨੂੰ 8 ਹਫ਼ਤੇ ਜਾਰੀ ਰੱਖੋ, 2 ਮਹੀਨੇ ਲਗਾਤਾਰ, ਤੇ ਦੇਖੋਗੇ ਹੋਰ ਘਟ ਜਾਏਗੀ ਉਹ ਵਾਲੀ ਪ੍ਰੋਪੈਂਸਿਟੀ। ਇਹ ਹੁੰਦਾ ਹੈ, ਮੈਂ ਬੜੇ ਜਿਹੇ ਐਕਸਪੈਰੀਮੈਂਟ ਕਰਕੇ ਦੇਖੇ ਹੋਏ। ਇਹ ਬਿਲਕੁਲ ਜਾਇਜ਼ ਹੈ ਗੱਲ। ਸੋ ਉੱਥੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਿਹੜੀ ਵਾਸਨਾ ਜਿਹੜੀਆਂ ਚਿਮੜੀਆਂ ਹੋਈਆਂ ਨਾਲ, ਉਹ ਗੁਣਾਂ ਨਾਲ ਦੂਰ ਹੁੰਦੀਆਂ। ਤੁਸੀਂ ਨੋਟਿਸ ਕੀਤਾ ਇਹ ਗੱਲ ਕਿ ਪੂਰੇ ਜਪਜੀ ਸਾਹਿਬ ਦੀ ਬਾਣੀ ਵਿੱਚ ਉਹਨਾਂ ਅਵਗੁਣਾਂ ਬਾਰੇ ਬਹੁਤੀ ਡਿਸਕਸ਼ਨ ਨਹੀਂ ਆਈ? ਨੋਟਿਸ ਕੀਤਾ ਇਸ ਗੱਲ ਨੂੰ ਕਦੀ? ਇਹ ਬਾਰ-ਬਾਰ ਇਹ ਗੱਲ ਆਈ ਹੈ ਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਇਹ ਲਾਈਨਾਂ ਆਈਆਂ ਪਰ ਉਹਨਾਂ ਨੇ ਅਵਗੁਣਾਂ ਤੇ ਬਹੁਤਾ ਫੋਕਸ ਨਹੀਂ ਕੀਤਾ। ਉਹਨਾਂ ਨੂੰ ਪਤਾ ਹੈ ਕਿ ਉਹ ਦੇਖੋ ਜੀ, ਹਨੇਰਾ ਹੁਣ ਕਮਰੇ 'ਚ ਪਿਆ ਹੋਵੇ, ਹੈ ਨਾ, ਤੇ ਗੁਰਬਤੀ ਜਲਾ ਦੇਵੇ, ਉਹ ਹਨੇਰਾ ਕਿੰਨ ਜਾਏਗਾ? ਹਨੇਰਾ ਜਾਏਗਾ ਤਾਂ ਜੇ ਲਾਈਟ ਆਏਗੀ ਤਾਂ। ਫਿਰ ਹਨੇਰੇ ਤੇ ਲਸਣ ਦਾ ਦਾਣਾ ਨਹੀਂ ਲੱਭਦਾ। ਸੋ ਉੱਥੇ ਨਾ ਫੋਕਸ ਕਰਕੇ ਫੋਕਸ ਕਰੋ ਕਿ ਮੈਂ ਗੁਣ ਕਿੰਨ ਇਕੱਠੇ ਕਰਾਇਆ ਵਾਲੇ, ਗੁਣਾਂ ਤੇ ਕਿਸ ਤਰ੍ਹਾਂ ਮੈਂ ਫੋਕਸ ਕਰਾਂ। So I hope, in fact, Virji, if you want to talk more about it, let me tell you something else. Ki if you want to look up a definition of what moh means, or what ahankar means, or for that matter, what home means, or what calm means, for example, ਤੁਹਾਨੂੰ ਬਹੁਤੀਆਂ ਡੈਫੀਨੇਸ਼ਨ ਗ੍ਰੰਥ ਸਾਹਿਬ ਮਹਾਰਾਜ ਬਾਣੀ ਨਹੀਂ ਮਿਲਣਗੀਆਂ ਤੁਹਾਨੂੰ।
ਕੋਈ ਵਰਡ ਆਣਗੇ ਤਾਂ ਡਿਫਾਈਨ ਨਹੀਂ ਕੀਤੇ ਹੋਏ, ਬਹੁਤ ਘੱਟ ਜਗ੍ਹਾ ਡਿਫਾਈਨ ਕੀਤੇ। ਸ਼ਲੋਕ ਸੰਸਕ੍ਰਿਤ ਡਿਫਾਈਨ ਕੀਤੇ ਹੋਏ ਵਰਡ, ਕਿਉਂਕਿ ਪੰਡਤਾਂ ਨੇ ਸਪੈਸ਼ਲੀ ਕੁਐਸਚਨ ਪੁੱਛਿਆ ਮਹਾਰਾਜ ਕਾਮ ਕੀ ਹੈ, ਫਿਰ ਉਹਨਾਂ ਨੇ ਪੂਰਾ ਸ਼ਲੋਕ ਕਾਮ ਤੇ ਉਚਾਰਿਆ। ਹੁਣ ਵੀ ਸਿਆਣੇ ਜਦੋਂ ਕਾਮ ਦੇ ਉੱਤੇ ਜਾਂ ਮੋਹ ਦੇ ਉੱਤੇ ਜਾਂ ਲੋਭ ਉੱਤੇ ਬੋਲਣਗੇ ਤੇ ਸ਼ਲੋਕ ਸੰਸਕ੍ਰਿਤ ਚ ਐਗਜ਼ਾਮਪਲ ਦਿੰਦੇ ਨੇ ਲੋਭ ਦੀ। ਲੋਭ ਵਰਡ ਆਏਗਾ ਗੁਰਬਾਣੀ ਬੜੀ ਵਾਰੀ, ਪਰ ਲੋਭ ਦੀ ਡੈਫੀਨੇਸ਼ਨ ਨਹੀਂ ਕਿਧਰੇ ਆਈ ਡੀਟੇਲਸ ਵਿੱਚ, ਐਮਫਸਾਈਜ਼ ਨਹੀਂ ਕੀਤਾ ਉਹਨਾਂ ਨੇ ਬਹੁਤਾ। माया, लेकिन माया जिहड़ी है, माया is not काम क्रोध लोभ मोह अहंकार। माया is anything that takes you away, that might be something else also, not just these five। yeah anything that takes you away। but ਉੱਥੇ ਇਹ ਹੈ ਕਿ ਜਦੋਂ ਤੁਸੀਂ ਸਤਸੰਗ ਵਿੱਚ ਆਉਂਦੇ ਹੋ, ਗੁਰਬਾਣੀ ਨਾਲ ਜੁੜਦੇ ਹੋ ਤੇ ਮਾਇਆ ਦਾ ਪ੍ਰਕੋਪ ਘਟ ਜਾਂਦਾ ਫਿਰ। that's what it is। ਸੋ ਤੁਸੀਂ ਮਾਇਆ ਤੇ ਨਾ ਫੋਕਸ ਕਰਕੇ, ਕਈ ਲੋਕ ਇਹ ਵੀ ਬੜਾ ਕਹਿੰਦੇ ਜੀ ਮਨ ਨਹੀਂ ਮੇਰਾ ਜੁੜਦਾ, ਮਨ ਨਹੀਂ ਮੇਰਾ ਜੁੜਦਾ, ਮਨ ਨਾਲ ਕੀ ਕਰਾਂ। ਮਨ ਨਹੀਂ ਜੁੜਦਾ ਤੇ ਫਿਰ ਉਦਾਸ ਕਰੇ, ਫਿਰ ਹੋਰ ਕੀ ਕਰੇ। ਫਿਰ ਹੱਥ ਜਾ ਕੇ ਅੰਦਰ ਨਕੜੇ ਨੱਕ ਆਪਣਾ ਹਜ਼ਾਰਾਂ ਵਾਰੀ ਅੰਦਰ ਨੱਕ ਰਗੜੇ ਜਾ ਕੇ ਕਿ ਇਹ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਕੀਰਤਨ ਦੀ ਦਾਤ ਮੇਰੀ ਝੋਲੀ 'ਚ ਪਾਓ, ਬਾਣੀ ਦੀ ਦਾਤ ਮੇਰੀ ਝੋਲੀ 'ਚ ਪਾਓ, ਮੈਨੂੰ ਦੂਸਰੀਆਂ ਜਗ੍ਹਾ ਤੋਂ ਇੰਟਰਸਟ ਹਟਾ ਕੇ ਇੱਥੇ ਇੰਟਰਸਟ ਲਗਾ ਦਿਓ। ਲੇਕਿਨ ਹੋਰ ਕੋਈ ਤਰੀਕਾ ਨਹੀਂ ਹੈ। ਇਹ ਕੋਈ ਇਹਦੇ ਨਾਲ ਤੁਸੀਂ ਆਪਣੇ ਐਫਰਟ ਨਾਲ ਤੇ ਕੁਝ ਨਹੀਂ ਹੋ ਸਕਦਾ ਵੀਰ ਜੀ ਇਸ ਮਾਮਲੇ 'ਚ ਕਿ ਬੰਦਾ ਕਵੇ ਮੈਂ ਬੜਾ ਭਾਰੀ ਹਾਂ ਜੀ, ਮੈਂ ਜਾ ਕੇ ਲੜਾਈ ਕਰਾਂਗਾ, ਉਹ ਕੱਖ ਨਹੀਂ ਹੋਣਾ ਤੁਹਾਡੇ ਕੋਲ। ਤੁਸੀਂ ਜੋਗੀ ਨਹੀਂ। ਹਾਂ ਉਹ ਪੜਾ ਸੁਣਾਈ ਜਾਂ ਤੋ ਉਹ ਤੁਸੀਂ ਸੁਣਾ ਦਿਓ। ਸੋ ਜਦੋਂ ਚਿੱਟਾਗੋਂਗ ਗਏ, ਜਦੋਂ ਮਹਾਰਾਜ ਤੇ ਉੱਥੇ ਉਹ ਭਾਈ ਚੰਡਾ ਜੀ ਨੂੰ ਮਿਲਣ, ਕਥਾ ਬੜੀ ਲੰਬੀ ਹੈ ਬਟ ਉੱਥੇ ਵੀ ਇਹਨਾਂ ਨੇ ਸੇਮ ਕੁਐਸਚਨ ਕੀਤਾ ਜੋ ਤੁਸੀਂ ਪੁੱਛਦੇ ਪਏ ਹੋ ਕੁਐਸਚਨ। ਤੇ ਮਹਾਰਾਜ ਨੇ ਉੱਥੇ ਕਿਹਾ ਕਿ ਮਹਾਰਾਜ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆ ਜਾਂ ਇੱਕ ਬ੍ਰਿੰਗ ਅ ਬਾਲਟਿਕ ਲੈ ਕੇ ਆ, ਉਹਦੇ ਵਿੱਚ ਉਹਨਾਂ ਨੇ ਨਾ ਪੂਰਾ ਗੰਦ ਪਾਤਾ, ਉਹਦੇ ਸਾਰੀ ਮਲੀਨ ਚੀਜ਼ਾਂ ਪਾਤੀਆਂ, ਐਵਰੀ ਫਿਲਥ ਜਿਹੜੀ ਹੈ ਸਾਰੀ ਪਾਤੀ। ਤੇ ਬਾਰਿਸ਼ ਬੜੀ ਜ਼ੋਰ ਦੀ ਹੁੰਦੀ ਵੀ, ਉਹਨੇ ਕਿਹਾ ਮਰਦਾਨੇ ਹੁਣ ਬਾਹਰ ਰੱਖ ਕੇ ਆ ਇਸ ਬਾਲਟੀ ਨੂੰ। ਤੇ ਘੰਟੇ ਬਾਅਦ ਗਿਆ ਤੇ ਉਹ ਬਾਲਟੀ ਜੋ ਚੁੱਕੀ ਤੇ ਸਾਰਾ ਸਾਫ਼ ਸੀ ਪਾਣੀ, ਕਿਉਂਕਿ ਉਹ ਸਵੱਛ ਜਿਹੜਾ ਪਾਣੀ ਜਿਹੜਾ ਹੈ ਉਹ ਫਿਲਥ ਨੂੰ ਕੱਢ ਦਿੱਤਾ ਉਹਨੇ ਸਾਰਾ। ਤੇ ਟਾਈਮ ਆ ਗਿਆ ਉਹ ਫਿਲਥ ਦੇ ਬਿਲਕੁਲ ਹੀ ਨਿਕਲ ਗਈ ਬਾਹਰ ਸਾਰੀ, ਤੇ ਹੁਣ ਸਾਰਾ ਪਾਣੀ ਜਿਹੜਾ ਸਵੱਛ ਸੀ। ਸਮਝਾਉਣ ਦਾ ਤਰੀਕਾ ਹੁੰਦਾ ਆਪਣਾ ਯੂ نو ਸੋ ਫੋਕਸ ਤੁਸੀਂ ਪੋਜ਼ਿਟਿਵ ਚੀਜ਼ਾਂ ਤੇ ਕਰਨਾ, ਨੈਗੇਟਿਵਿਟੀ ਤੇ ਨਹੀਂ ਕਰਨਾ। ਨੈਗੇਟਿਵਿਟੀ ਖੁਦ ਬ ਖੁਦ ਜਾਏਗੀ ਆਪਣੀ ਤੁਹਾਡੀ। ਹਾਂਜੀ, ਐਨੀ ਅਦਰ ਕੁਐਸਚਨਸ ਸੋ ਫਾਰ? ਨਹੀਂ, ਸੁਣਿਆ ਦਾ ਉੱਥੇ ਮਤਲਬ ਸਿਰਫ ਸੁਣਨਾ ਨਹੀਂ ਹੈ। ਸੁਣਿਆ ਦਾ ਮਤਲਬ ਮੈਂ ਬੜੀ ਵਾਰੀ ਲਿਖ ਚੁੱਕਿਆ, ਪਹਿਲੇ ਮੈਂ ਦੁਬਾਰਾ ਲਿਖ ਦੇਣਾ ਸੁਣਿਆ ਦੇ ਸਟੈਪਸ। ਸੁਣਿਆ ਦੇ ਸਟੈਪਸ ਹਨ। ਨੰਬਰ 1 is to listen, comprehend, acceptance, and then ਤੁਸੀਂ ਅੰਦਰ ਆਪਣੇ ਡੇਲੀ ਲਿਵਿੰਗ ਵਿੱਚ ਉਹਨੂੰ ਇਨਕੋਰਪੋਰੇਟ ਕਰੋ। ਇਹ ਚਾਰੋਂ ਜਦੋਂ ਹੋਣੀਆਂ ਤਾਂ ਸੁਣਿਆ ਹੈ, ਤਾਂ ਦੁੱਖ ਪਾਪ का नाश है, नहीं तो दुख पाप का नाश नहीं है। चारों चीजें चाहिए। listening to the उपदेश ਜਿਹੜਾ ਗੁਰੂ ਦੇ ਰਹੇ ਨੇ, ਗੁਰੂ ਦਾ ਉਪਦੇਸ਼। ਇੱਥੇ listen, when I say listen I mean listen to guru's ਉਪਦੇਸ਼, ਮਹਾਰਾਜ ਦਾ ਉਪਦੇਸ਼ ਜਿਹੜਾ ਹੈ। ਉਹ ਫਿਰ ਸਟੇਜਸ ਨੇ ਜਿਗਿਆਸੂ ਦੀਆਂ, ਉਹ ਤੁਹਾਡੇ 'ਚ ਆਉਣਗੀਆਂ। ਉਹ ਜਿਗਿਆਸੂ ਦੀ ਅਵਸਥਾ ਹੈ ਵੀਰ ਜੀ, ਉਹ ਜਿਗਿਆਸੂ ਦੀ ਅਵਸਥਾ ਹੈ। ਤੁਸੀਂ ਜਦੋਂ ਕਿਸੇ ਪੇਸ਼ੈਂਟ ਨੂੰ ਦੇਖਦੇ ਹੋ, ਕੋਈ ਬੋਲੇ ਹੀ ਨਾ, ਕਈ ਵਾਰੀ ਬੰਦਾ 2 ਮਿੰਟ ਦੇ ਕੁਐਸਚਨ ਨਾਲ ਖਤਮ ਅੱਧੀਆਂ ਪ੍ਰੋਬਲਮ ਤੁਹਾਨੂੰ ਸਮਝ ਆ ਜਾਂਦੀਆਂ, ਯਾਰ ਇਹਨਾਂ ਚਾਰਾਂ 'ਚੋਂ ਇੱਕ ਦੀ ਹੋਏਗੀ। ਕੋਈ ਐਕਸਪੀਰੀਅੰਸ ਨਾਲ ਹੁੰਦਾ ਨਾ ਸਾਰਾ, ਹੈ ਨਾ। ਹੁਣ ਇੰਨੇ ਸਾਲ ਹੋ ਗਏ ਮੈਨੂੰ ਪ੍ਰੈਕਟਿਸ ਕਰਦਿਆਂ। if you bring a set of financial statements to me, ਕਈ ਵਾਰੀ I just glance at those financial statements and I can point out 4 issues that I see glaring at my eyes ਕਿ ਇਹ 4 ਤੇ ਵੱਡੇ ਇਸ਼ੂ ਤੇ ਇਹੀ ਹੈ। ਲਿਕੁਇਡਿਟੀ ਇਸ਼ੂ ਹੈ ਬੜਾ ਭਾਰੀ, ਲਿਕੁਇਡਿਟੀ ਬੜੀ ਵੀਕ ਨਜ਼ਰ ਆਉਂਦੀ ਹੈ ਇੱਥੇ। ਡੈਟ ਰੇਸ਼ੀਓਜ਼ ਬੜੀਆਂ ਘੱਟ ਹਨ ਇੱਥੇ ਕਵਰੇਜ, if something were to happen to this company they'll not be able to pay the loans back. I can see it. Don't have to tell me, I just have to one glance for like 10-15 seconds and I can sense it, ਜਿਸ ਤਰ੍ਹਾਂ ਤੁਹਾਡੇ ਨਾਲ ਹੁੰਦਾ, ਤੁਹਾਡੇ ਪੇਸ਼ੈਂਟ ਤੁਹਾਡੇ ਰੂਮ 'ਚ ਆਏ,
ਕੁਝ ਕਹਿ ਰਿਹਾ ਹੋਏਗਾ ਤੁਹਾਡੇ ਅੱਧੀ ਗੱਲ ਉਹਨੂੰ ਸਮਝ ਆ ਜਾਂਦੀ। ਸਰ ਜਿਗਿਆਸੂ ਦੀ ਅਵਸਥਾ ਹੈ ਨਾ ਵੀਰ ਜੀ ਆਪਣੀਆਂ ਆਪਣੀਆਂ, ਫਿਰ ਉਹ ਪਹਿਲੇ ਕਿੱਥੇ ਜੁੜਦਾ ਹੈ, ਫਿਰ ਬਾਅਦ 'ਚ ਕਿੱਥੇ ਜੁੜਦਾ ਹੈ, ਫਿਰ ਉਹਦਾ ਧਿਆਨ ਅਨੰਤ ਵਿੱਚ ਚਲਾ ਜਾਂਦਾ। ਉਹ ਨਾ ਮਨੇ ਦੀ ਅਵਸਥਾ ਨਹੀਂ ਹੈ ਵਾਲੀ ਹੈ, ਸੁਣਨ ਦੀ ਅਵਸਥਾ ਜੀ, ਮਨੇ ਦੀ ਅਵਸਥਾ ਅਗਲੀ ਹੈ। ਹਾਂਜੀ, ਐਨੀ ਅਦਰ ਕੁਐਸਚਨਸ ਔਨ ਦਿਸ? ਆਈ ਥਿੰਕ ਇੱਥੇ ਤੱਕ ਮੈਂ ਕਵਰ ਕੀਤਾ ਹੋਇਆ, ਰਾਈਟ? 32 was the last one, right? 33 onward has a new part now. Yeah, so Jorwali ਫਿਰ ਹੁਣ ਅੱਜ 11:40 ਹੋ ਗਏ almost. ਹਾਂਜੀ, so next 5 minutes I can have an open Q&A session though. Anybody who has any questions related or unrelated to the topic today, now is a good time to ask. Normally time ਨਹੀਂ ਹੁੰਦਾ ਮੇਰੇ ਕੋਲ, but ਇਹੋ ਜਿਹੇ ਵੀ question ਜਿਹੜੇ ਮਰਜ਼ੀ question ਪੁੱਛ ਲਓ, doesn't matter. ਰਜੋ ਤਮੋ ਸਤੋ ਵੀਰ ਜੀ ਸਨਾਤਨੀ ਕਨਸੈਪਟ ਹੈ। ਹਾਂਜੀ, ਇਹ ਕਈ ਬੰਦੇ ਤਾਮ ਦੀ ਅਵਸਥਾ ਚ ਹੁੰਦੇ ਨੇ, ਕਈ ਗੁੱਸੇ ਦੀ ਅਵਸਥਾ ਚ ਹੁੰਦੇ ਨੇ, ਕਈ ਮਾਇਆ ਦੀ ਅਵਸਥਾ ਚ ਹੁੰਦੇ ਨੇ, ਕਈ ਸੱਤ ਵਾਲੀ ਅਵਸਥਾ ਚ ਹੁੰਦੇ ਨੇ। ਗੁਰਬਾਣੀ ਵਿੱਚ ਅਨਫੋਰਚੂਨੇਟਲੀ ਉਹਨਾਂ ਤਿੰਨਾਂ ਅਵਸਥਾਵਾਂ ਵਿੱਚ ਨਹੀਂ ਐਕਸੈਪਟੈਂਸ ਨਹੀਂ ਮਿਲੀ ਉਹਨੂੰ। ਉਹ ਚੌਥੀ ਜਿਹੜੀ ਹੈ, ਸੁਖਮਨੀ ਸਾਹਿਬ ਦੀ ਲਾਈਨ ਚ ਆਉਂਦੀ, ਨਾਨਕ ਚੌਥੇ ਪਦ ਮੇਂ ਸੋ ਜਨ ਗਤ ਪਾਏ, ਯੂ ਨੋ। ਸੋ ਉਹ ਚੌਥਾ ਜਿਹੜਾ ਪਦ ਹੈ ਉਹ ਤੁਰਿਆ ਦਾ ਹੈ, ਉਹ ਨਾਮ ਦਾ ਹੈ। ਹਰ ਇੱਕ ਦੇ ਰਸਤੇ ਵੀਰ ਜੀ ਅਲੱਗ ਅਲੱਗ ਹੈ ਨਾ ਪਹੁੰਚਣ ਦੇ, ਹੈ ਨਾ। ਸਨਾਤਨੀ ਧਰਮ ਵਿੱਚ ਰਸਤਾ ਅਲੱਗ ਹੈ, ਕਈਆਂ ਦੇ ਬੜੇ ਰਿਚੁਅਲਿਸਟਿਕ ਵੇਜ਼ ਹਨ ਪਹੁੰਚਣ ਦੇ। ਇਟਸ ਨਾਟ ਰੋਂਗ ਔਰ ਰਾਈਟ, ਆਈ ਐਮ ਨਾਟ ਕ੍ਰਿਟਿਸਾਈਜ਼ਿੰਗ ਦੈਮ, ਆਈ ਐਮ ਜਸਟ ਟੈਲਿੰਗ ਯੂ ਕਿ ਆਪਣੇ ਆਪਣੇ ਰਸਤੇ ਨੂੰ ਪਹੁੰਚਣ ਦੇ ਸਭ ਜਗ੍ਹਾ, ਹੈ ਨਾ। ਸੋ ਕਈਆਂ ਦਾ ਹੈ ਕਿ certain time of the day if you have a bath at a certain place that helps you, or if you go to certain places to visit in a certain time that helps you, ਔਰ ਕਈਆਂ ਦਾ ਹੈ ਕਿ ਇਤਨੀ ਵਾਰੀ ਇਹ ਕੰਮ ਕਰ ਲਵੇ ਜਾਂ ਇਹ ਕੁਝ ਕਰ ਲੈ। ਜੋਗੀਆਂ ਦਾ ਹੈ ਕਿ ਘਰ-ਬਾਰ ਛੋੜ ਕੇ ਉੱਥੇ ਚਲਾ ਜਾਓ, that will help you, you know। ਇਹ ਰਸਤਾ ਨਾਮ ਵਾਲਾ ਵੀਰ ਜੀ, ਇਹਦੇ ਰਜੋ ਤਮੋ ਸਤੋ ਦੀ ਕੋਈ ਵੈਲਿਊ ਨਹੀਂ ਹੈ। ਕਿਉਂ ਨਹੀਂ ਹੈ ਵੈਲਿਊ ਰਜੋ ਤਮੋ ਸਤੋ ਦੀ? ਕਿਉਂਕਿ ਰਜੋ ਤਮੋ ਸਤੋ ਦੀ ਵੈਲਿਊ ਕਿਉਂ ਨਹੀਂ ਹੈ? ਮੈਂ ਉਸ ਡਿਟੇਲਸ ਨਹੀਂ ਜਾਣਾ ਰਜੋ ਤਮੋ ਸਤੋ ਕੀ ਹੈ, that's not that important. What is important here? ਕਰਮਾਂ ਦੇ ਉੱਤੇ ਬਹੁਤ ਇੰਪੋਰਟੈਂਸ ਨਹੀਂ ਦਿੱਤੀ ਗਈ ਇਸ ਦੇ ਵਿੱਚ। ਕਰਮ ਇੰਪੋਰਟੈਂਟ ਨਹੀਂ ਹੈ। ਕੀ ਹੈ ਇੰਪੋਰਟੈਂਟ? ਨਦਰ ਇੰਪੋਰਟੈਂਟ ਹੈ, ਨਦਰ ਕ੍ਰਿਟੀਕਲ ਹੈ ਇੱਥੇ। ਸੋ ਇੱਥੇ ਨਦਰ ਕ੍ਰਿਟੀਕਲ ਹੋਣ ਦੇ ਨਾਲ ਉਹਦੀ ਬਖਸ਼ਿਸ਼ ਬਹੁਤ ਇੰਪੋਰਟੈਂਟ ਹੈ, ਉਹਦੀ ਕਿਰਪਾ ਬਹੁਤ ਕ੍ਰਿਟੀਕਲ ਹੈ। ਇਸ ਵਾਸਤੇ ਕਿਰਪਾ ਕ੍ਰਿਟੀਕਲ ਹੋਣਾ, ਕਿਰਪਾ ਲੈਣ ਵਾਸਤੇ ਪ੍ਰੇਮ ਹੈ ਇੱਥੇ। ਪ੍ਰੇਮਾ ਭਗਤੀ ਦਾ ਸਾਰਾ ਅੰਗ ਹੈ ਜੁੜਿਆ ਹੋਇਆ ਨਾਲ। ਰਜੋ ਤੇ ਤਮੋ ਤੇ ਸਤੋ ਵਿੱਚ ਰਹਿਣ ਵਾਲਾ ਬੰਦਾ ਜਿਹੜੀ ਮਰਜ਼ੀ ਅਵਸਥਾ ਚ ਰਵੇ, ਆਲਸ ਦੀ ਅਵਸਥਾ ਚ ਰਵੇ, ਝੂਠ ਦੀ ਅਵਸਥਾ ਚ ਰਵੇ, ਸਤ ਦੀ ਅਵਸਥਾ ਚ ਰਵੇ, ਅੰਧਕਾਰ ਦੀ ਅਵਸਥਾ ਚ ਰਵੇ, ਮਾਇਆਵੀ ਅਵਸਥਾ ਵਿੱਚ ਰਵੇ, ਚਾਹੇ ਤਿੰਨੋਂ ਮਰਜ਼ੀ ਅਵਸਥਾ ਚ ਰਵੇ, ਸਤ ਦੀ ਅਵਸਥਾ ਵਿੱਚ ਹੀ ਰਵੇ, ਤਾਂ ਵੀ ਉਹਦੀ ਵੀ ਕ੍ਰਿਟਿਸਿਜ਼ਮ ਹੈ, ਕਿਉਂਕਿ ਨਜ਼ਰ ਨਹੀਂ ਹੈ ਇੱਥੇ। ਆਪਣੇ ਕਰਮਾਂ ਤੇ ਤੁਸੀਂ ਨਹੀਂ ਕਰ ਸਕਦੇ ਕੁਝ ਵੀ। ਆਸਾ ਦੀ ਵਾਰ ਦੀ ਕਿਹੜਾ ਸ਼ਲੋਕ ਹੈ? ਨੰਬਰ 12 ਹੈ। ਸਿਮਰ ਵਿਚ ਇਜ਼ ਦ ਵਨ ਜਿਹੜੀ ਕਿ ਨਾਨਕ ਮੇਰ ਸਰੀਰ ਕਾ ਨੰਬਰ 13 ਹੈ ਨਾ, ਇੱਕ ਰਾਤੀ ਦੁਆ। ਉਹਦੀ ਅੱਗੇ ਜਾ ਕੇ ਆਉਂਦੇ ਨੇ, ਉਹਦੇ ਵਿੱਚ ਗੱਲ ਆਈ ਹੈ ਨਾ, ਕਲਯੁਗ ਦੀ ਗੱਲ ਆਈ ਹੈ, ਤੇ ਉਹ ਸਾਰਿਆਂ ਦੀ ਗੱਲ ਆਈ। ਸਤਯੁਗ ਰਖ ਸੰਤੋਖ ਕਾ ਧਰਮ ਅਗੇ ਰਥਵਾਓ। ਤਾਂ ਕੀ ਹੋਇਆ? ਧਰਮ ਜਦੋਂ ਰਥਵਾਈ ਕਰਦਾ ਸੀ ਅੱਗੇ, ਤੇ ਸੰਤੋਖ ਤੁਹਾਡੇ ਅੰਦਰ ਸੀ, ਧਰਮ ਰਥਵਾਈ ਕਰਨ ਵਾਲਾ ਸੀ, ਤਾਂ ਕੀ ਹੋ ਗਿਆ ਫਿਰ? ਸੋ ਵਾਟ? ਇੰਪੋਰਟੈਂਟ ਕੀ ਹੈ? ਪੂਰੀ ਜਿਸਟ ਕੀ ਹੈ ਉਹਦੇ ਉਸ ਆਸਾ ਦੀ ਵਾਰ ਦੀ ਉਹਨਾਂ ਇੰਪੋਰਟੈਂਟ ਪੌੜੀਆਂ ਦਾ ਜਿਸਟ ਕੀ ਹੈ? ਉਹਦਾ ਜਿਸਟ ਇਹ ਹੈ ਕਿ ਜਦ ਤੱਕ ਅੰਦਰੋਂ ਪ੍ਰਮਾਤਮਾ ਦੀ ਤਰਫ ਜਿਹੜੇ ਅੰਦਰ ਜਿਹੜੇ ਤੁਹਾਡੇ ਵਿਚਾਰ ਹਨ, ਜਿਹੜੇ ਖਿਆਲ ਹਨ ਵੀਰ ਜੀ, ਜਿਹੜੇ ਅੰਦਰ ਭਾਵਨਾਵਾਂ ਹਨ ਜਿਹੜੀਆਂ, ਜਦ ਤੱਕ ਉਹ ਮਿਟ ਕੇ ਉਧਰ ਨਹੀਂ ਜਾਂਦੀਆਂ, ਜਦ ਤੱਕ, ਔਰ ਜਦ ਤੱਕ ਤੁਹਾਡੇ ਮਨ ਵਿੱਚ ਵਿਖੇਪ ਖਤਮ ਨਹੀਂ ਹੁੰਦੇ, ਤਦ ਤੱਕ ਤੁਹਾਡਾ ਆਣਾ ਜਾਣਾ ਲੱਗਿਆ ਰਹੇਗਾ ਇੱਥੇ। ਆਣਾ ਜਾਣਾ ਤਾਂ ਹੀ ਮਿਟੇਗਾ ਜਦ ਤੱਕ ਰਥ ਵਟਾਉਂਦੇ ਰਹੋਗੇ ਆਪਣੇ, ਤਦ ਤੱਕ, ਜਦ ਤੱਕ ਅੰਦਰਲੀ ਜਿਹੜੀਆਂ ਭਾਵਨਾਵਾਂ ਜਿਹੜੀਆਂ ਹਨ ਉਹ ਪ੍ਰਮਾਤਮਾ ਦੇ ਉੱਤੇ ਫੋਕਸ ਕਰਕੇ ਉਸ ਤੋਂ ਮਿਲਣ ਵਾਸਤੇ ਨਾ ਲੱਗਣ, ਚਾਹੇ ਉਹ ਬੰਦਾ ਸਤੋ ਹੀ ਕਿਉਂ ਨਾ ਹੋਵੇ। ਰਜੋ ਤਮੋ ਤੇ ਵੈਸੇ ਹੀ ਮਾੜੇ ਨਾ, ਉਹਨਾਂ ਦੀ ਗੱਲ ਹੀ ਛੋੜ ਦਿਓ, ਉਹ ਤੇ ਨੈਗੇਟਿਵ ਚ ਗਏ ਹੀ ਗਏ। ਇੱਥੇ ਸਤ ਵਾਲੇ ਦੀ ਵੀ ਕੋਈ ਨਜ਼ਰ ਨਹੀਂ। ਹਾਂਜੀ, ਪਾਓ ਭਗਤ ਕਰ ਨੀਚ ਸਿਧਾਏ।
ਤੋ ਨਾਨਕ ਮੁਖ ਅੰਤਰ ਪਾਏ। ਹਾਂਜੀ, so any other Q&A? You can ask me anything today, and not too many times I say that. Anything out of the ordinary. Except for the question कि गुरु नानक देव दा गुरपुरब अप्रैल च क्यों नहीं मनाते, नवंबर च क्यों मनाते हैं, वो ना पूछो मेरे को। ਮੈਨੂੰ याद है 10 साल पहले किसी क्वेश्चन पूछा मैं कि मेरा क्वेश्चन नहीं होता था कि ਤੁਹਾਨੂੰ ਕਿਹੜਾ ਪਸੰਦ ਹੈ ਮਹੀਨਾ, ਨਵੰਬਰ ਬੈਟਰ ਲੱਗਦਾ ਕਿ ਅਪ੍ਰੈਲ? comprehend मतलब comprehend ਦਾ ਮਤਲਬ ਅਸਲੀ ਹੈ ਕਿ ਉਹਦੇ ਭਾਵ, ਜਿਹੜੇ ਸ਼ਬਦ ਦਾ ਭਾਵ ਹੈ ਉਹਦੇ ਨਾਲ ਜਿਗਿਆਸੂ ਜਾਣੂ ਹੋਵੇ, ਭਾਵ ਦੇ ਨਾਲ, ਉਸ ਭਾਵ ਨਾਲ ਜਿਗਿਆਸੂ ਜਾਣੂ ਹੋਵੇ। ਸੋ ਫॉर एग्जांपल ਅਗਰ ਜਿਗਿਆਸੂ ਨੂੰ ਕੋਈ ਸ਼ਬਦ ਪਸੰਦ ਹੈ ਔਰ ਜਿਗਿਆਸੂ ਉਸ ਗੁਰਮੰਤਰ ਦਾ ਜਾਂ ਉਸ ਸ਼ਬਦ ਦਾ ਜਾਪ ਕਰਦਾ ਹੈ ਜਾਂ ਉਸ ਸ਼ਬਦ ਨੂੰ ਜ਼ਿਆਦਾ ਸੁਣਦਾ ਹੈ ਤੇ ਉਹਨੂੰ ਜ਼ਿਆਦਾ ਫਾਇਦਾ ਹੋਏਗਾ ਜਿਗਿਆਸੂ ਨੂੰ, ਜੇ ਜਿਗਿਆਸੂ ਨੂੰ ਉਸ ਸ਼ਬਦ ਦੇ ਭਾਵ ਨਾਲ ਰਿਲੇਟ ਕਰ ਸਕੇ, ਉਸ ਸ਼ਬਦ ਦੇ ਭਾਵ ਨਾਲ ਮੀਨਿੰਗ ਲਿਟਰਲ ਔਰ ਉਹਦਾ ਜਿਹੜਾ ਭਾਵ ਹੈ ਜਨਰਲ, ਵੀ ਗੁਰੂ ਮਹਾਰਾਜ ਕੀ ਕਹਿ ਰਹੇ ਨੇ ਉੱਥੇ, ਕੀ ਸੰਦੇਸ਼ ਕੀ ਹੈ ਉਹਦਾ, ਉਹ ਕੰਪਰੀਹੈਂਸ਼ਨ ਹੈ। ਤੇ ਉਹ ਐਲਸੈਟ ਦੇ ਐਗਜ਼ਾਮ 'ਚ ਆਉਂਦਾ ਨਾ, ਉਹ ਹਰਨੂਰ ਬੈਠੀ ਇੱਥੇ, ਅੰਗਦ ਹੀ ਬੈਠਾ, ਅੰਗਦ ਚਲਾ ਗਿਆ, ਰੀਡਿੰਗ ਕੰਪਰੀਹੈਂਸ਼ਨ ਦੇ ਪੈਸੇਜ ਹੁੰਦੇ ਨੇ ਬੜੇ ਵੱਡੇ ਲੰਬੇ ਬੋਰਿੰਗ, ਇੱਕ ਪੂਰਾ ਪੈਸੇਜ ਪੜ੍ਹੋ ਤੇ ਉਹਦੇ ਫਿਰ ਥੱਲੇ 4 ਕੁਐਸਚਨ ਹੁੰਦੇ ਨੇ 5, ਹੈ ਨਾ, ਉਹਦੇ ਆਨਸਰ ਲਿਖੇ ਨਹੀਂ ਹੋਏ ਉਹਦੇ ਪੈਸੇਜ ਵਿੱਚ, ਪਰ ਇਨਫਰ ਕਰ ਸਕਦੇ ਹੋ ਤੁਸੀਂ ਕੀ ਹੈ ਇਹਦਾ ਮੈਸੇਜ। ਉਹਦੇ ਲਿਟਰਲੀ ਨਹੀਂ ਲਿਖੇ ਹੋਏ ਵੀ ਉਹ ਕੁਐਸਚਨ ਦੇ ਆਨਸਰ ਉਹਦੇ ਲਿਟਰਲੀ ਉਸ ਪੈਸੇਜ ਲਿਖੇ ਨਹੀਂ ਹੋਏ, ਲੇਕਿਨ ਜਿਹੜਾ ਬੰਦਾ ਧਿਆਨ ਨਾਲ ਪੜ੍ਹਦਾ ਹੈ ਉਹਨੂੰ ਸਮਝ ਆ ਜਾਂਦੀ ਵੀ ਇਹਦੇ 4 ਜਿਹੜੇ ਕੁਐਸਚਨ, ਜਿਹੜੇ ਇੱਕ ਆਨਸਰ ਰਾਈਟ ਹੈ ਕਿਉਂਕਿ ਇਹ ਗੱਲ ਲਿਖੀ ਹੋਈ ਹੈ ਇੱਥੇ, ਇਸ ਵਾਸਤੇ ਇਹੀ ਆਨਸਰ ਰਾਈਟ ਹੈ ਉਹਦਾ। That's what comprehension is. In the Hindu philosophy, there is also the Shravana, Manan, Nidhyasana. Yeah. Their Manan is not equal to Manan, right? Their Manan is more like comprehension. ਇਹ ਸਾਡੀ ਇਹ ਜਿਹੜੀ ਮੰਨਣ ਦੀ ਅਵਸਥਾ ਜਿਹੜੀ ਉਹ ਉੱਪਰਲੀ ਹੈ ਹੋਰ, you know. Manan ਦੀ ਅਵਸਥਾ is different than Manan. Right. ਨਹੀਂ ਲਿਟਲ ਮੀਨਿੰਗ ਵੀ ਲਵੋ, ਲਿਟਲ ਮੀਨਿੰਗ ਵੀ ਖਰਾਬ ਨਹੀਂ ਹੈ, ਲਿਟਲ ਮੀਨਿੰਗ ਵੀ ਆਣੇ ਚਾਹੀਦੇ ਤੁਹਾਨੂੰ, ਮੈਂ ਨਹੀਂ ਕਹਿੰਦਾ ਖਰਾਬ ਹੈ, ਪਰ ਕੰਪਰੀਹੈਂਸ਼ਨ ਦਾ ਮਤਲਬ ਹੁੰਦਾ ਹੈ ਕਿ ਉਹਦੇ ਅੰਦਰਲੇ ਭਾਵ ਕੀ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ when somebody prepares for an LSAT exam, ਉਹਦੇ ਵਿੱਚ ਉਹ ਇੱਕ ਬੋਰਿੰਗ ਜਾਂ ਵੱਡਾ ਇੱਕ ਪੈਰਾਗ੍ਰਾਫ ਲਿਖਿਆ ਉੱਤੇ ਆਉਂਦਾ ਹੈ, ਜਿਹੜਾ ਕਿ ਪੜ੍ਹਨ ਦਾ ਮਨ ਨਹੀਂ ਕਰਦਾ ਇਸ ਬੰਦੇ ਨੂੰ, ਇੰਨਾ ਬੋਰਿੰਗ ਚੀਜ਼ ਹੁੰਦੀ ਹੈ, ਬਟ ਉਹਦੇ ਬਿਕਾਜ਼ ਆਈ ਆਲਸੋ ਪਾਸ ਮਾਈ GMAT, ਮੈਨੂੰ ਯਾਦ ਹੈ ਮੈਂ ਤਾਂ ਉਹਦੇ 'ਚ ਸੇਮ ਸੀ, ਲਾਅ ਸਕੂਲ ਵਾਲਾ ਥੋੜਾ ਹੋਰ ਔਖਾ ਹੋਏਗਾ ਕੰਮ, ਫਿਰ ਉਸ ਪੈਸੇਜ ਨੂੰ ਪੜ੍ਹਨਾ ਹੈ, ਪਰ ਉਹ ਆਨਸਰ ਤਾਂ ਹੀ ਕਰ ਸਕੇਗਾ ਜਿਸ ਪੈਸੇਜ ਦੀ ਪੜ੍ਹਨ ਤੋਂ ਬਾਅਦ ਉਹਦੀ ਕੰਪਰੀਹੈਂਸ਼ਨ ਹੋਵੇ, ਉਹਦੀ ਕੀ ਪੜ੍ਹਿਆ ਮੈਂ, ਉਹਦੇ ਆਨਸਰ ਦਿੱਤੇ ਨਹੀਂ ਹੋਏ ਉਹਦੇ ਲਿਟਰਲੀ ਉਹਦੇ ਵਿੱਚ, ਪਰ ਉਸ ਜਿਹੜਾ ਜਿਹਨੇ ਸਮਝਿਆ ਉਹ ਆਨਸਰ ਕਰ ਸਕੇਗਾ, ਉਹੀ ਕੰਪਰੀਹੈਂਸ਼ਨ ਹੈ। ਆਈ ਹੋਪ ਦੈਟ ਵਾਸ ਕਲੀਅਰ। ਜਾਂ ਐਬਜ਼ੌਰਪਸ਼ਨ ਵੀ ਕਰ ਸਕਦੇ ਹੋ। ਹਾਂਜੀ, ਇਨਫਰੈਂਸ, ਆਈ ਥਿੰਕ ਇਨਫਰੈਂਸ ਇਜ਼ ਅ ਰਾਈਟ ਥਿੰਗ, ਇਨਫਰ ਕਰ ਲੈਣਾ ਉਹਦੇ ਚੋਂ ਇਨਫੋਰਮੇਸ਼ਨ ਤੋਂ। ਹਾਂਜੀ, ਐਨੀ ਅਦਰ ਕੁਐਸਚਨ though? ਗੁਰੂ ਨਾਨਕ ਦੇ ਗੁਰਪੁਰਬ ਜਦੋਂ ਮਰਜ਼ੀ ਮਨਾਓ, ਤੁਹਾਡੇ ਜਿਹਦਾ ਮਨ ਕਰਦਾ। ਹਾਂਜੀ, ਉਹ ਨਾ ਪੁੱਛੋ ਮੇਰੇ ਕੋਲੋਂ ਅਪ੍ਰੈਲ 'ਚ ਹੈ ਕਿ ਨਵੰਬਰ 'ਚ ਹੈ, ਤੁਹਾਡਾ ਮਨ ਕਰਦਾ ਨਵੰਬਰ 'ਚ ਮਨਾਓ, ਬਣ ਜਾਓ ਉਹਨਾਂ ਵਰਗੇ। ਉਹਨਾਂ ਦੀ ਇੱਕ ਗੱਲ ਖਾਲੀ ਸੁਣ ਲਓ ਬਸ, ਸਾਰੀ ਗੱਲਾਂ ਨਹੀਂ, ਇੱਕ ਗੱਲ ਵੀ ਹਾਂ ਵੀ ਤੇਰਾ ਗੁਰਪੁਰਬ ਮਨਾਇਆ ਨਾ ਗੁਰੂ ਰਾਮਦਾਸ ਪਾਤਸ਼ਾਹ, ਚਲੋ ਬਈ ਤੇਰੀ ਇੱਕ ਗੱਲ ਤੁਹਾਡੀ ਮੰਨਣ ਨੂੰ ਤਿਆਰ ਹਾਂ, ਬਸ ਹੋਰ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ। ਪਰ ਜੇ ਇੱਕ ਵੀ ਗੱਲ ਕਿਸੇ ਦੀ ਮੰਨਣ ਨੂੰ ਤਿਆਰ ਨਹੀਂ, ਫਿਰ ਗੁਰਪੁਰਬ ਅਪ੍ਰੈਲ 'ਚ ਮਨਾਓ, ਨਵੰਬਰ 'ਚ ਮਨਾਓ, ਦਸੰਬਰ 'ਚ ਮਨਾਓ, ਜਨਵਰੀ 'ਚ ਮਨਾਓ, ਫਰਵਰੀ 'ਚ ਮਨਾਓ, ਮਾਰਚ ਮਨਾਓ, ਤੁਹਾਡੀ ਅਵਸਥਾ ਕੋਈ ਬਦਲ, ਤੁਹਾਡੀ ਜ਼ਿੰਦਗੀ ਕੋਈ ਫਰਕ ਨਹੀਂ ਪੈਣ ਵਾਲਾ, ਉਹ ਕੱਖ ਨਹੀਂ ਫਰਕ ਪੈਣਾ ਤੁਹਾਡਾ, ਜਿਹੜੇ ਲੱਗੇ ਰਹੋ ਤੇ ਜਿਹੜੇ ਮੰਥ ਮਹੀਨਾ ਵੀ ਚੁਣ ਲਵੋ, ਦਿਨ ਵੀ ਚੁਣ ਲਵੋ, ਆਪਣੇ ਮਨਾਏ ਰਹੋ, ਜਦੋਂ ਮਨੋ ਮਰਜ਼ੀ ਮਨਾਓ ਪਏ। ਤੇ ਗੁਰੂ ਰਾਮਦਾਸ ਪਾਤਸ਼ਾਹ ਗੁਰਪੁਰਬ ਹੁਣ ਕੱਲ੍ਹ ਹੈ, ਉਹ ਗੱਲ ਮੰਨੋ ਫਿਰ। ਤੇ ਹੋਰ ਉਹਨਾਂ ਦੀ ਬਾਣੀਆਂ ਵਿੱਚੋਂ ਮੇਰੀ ਜਿਹੜੀ ਸਭ ਤੋਂ ਇੰਪ੍ਰੈਸਿਵ ਮੈਨੂੰ ਜਿਹੜੀ ਲੱਗਦੀ ਹੈ ਉਹ ਲਾਵਾਂ ਯੂ ਨੋ ਕਿਸ ਖੂਬਸੂਰਤੀ ਦੇ ਨਾਲ ਉਸ ਨਵੇਂ ਦੰਪਤੀ ਨੂੰ ਵੀ ਐਡਰੈਸ ਕੀਤਾ ਨੇ, ਤੇ ਪ੍ਰਮਾਤਮਾ ਦੇ ਭਗਤ ਤੇ ਪ੍ਰਮਾਤਮਾ ਦੇ ਜੁੜਨ ਵਾਲੇ ਨੂੰ ਵੀ ਐਡਰੈਸ ਕੀਤਾ ਨੇ। ਤੇ ਸਟੇਜਸ ਦੱਸ ਦਿੱਤੀਆਂ, ਦੇਖ ਲੈ, ਜੇ ਦੇ ਪਹਿਲੀਆਂ 2 ਲਾਵਾਂ ਤੋਂ ਬਾਅਦ ਜਦ ਤੱਕ ਤੇਰੇ ਮਨ 'ਚ ਵੈਰਾਗ ਨਹੀਂ ਪੈਦਾ ਹੋਇਆ, ਅਗਰ ਜੇ ਤੂੰ ਪ੍ਰਮਾਤਮਾ ਨੂੰ ਮਿਸ ਹੀ ਨਹੀਂ ਕੀਤਾ, ਹਰ ਤੀਜੜੀ ਲਾਮ ਵਿੱਚ ਵੈਰਾਗੀਆ, ਜੇ ਵੈਰਾਗ ਨਹੀਂ ਤੇਰੇ ਅੰਦਰ ਆਇਆ ਤੇ ਜ਼ਿੰਦਗੀ ਤੇਰੀ ਕਿਸੇ ਕੰਮ ਦੀ ਨਹੀਂ, ਜੇ ਆਇਆ ਤਾਂ ਠੀਕ ਹੈ, ਨਹੀਂ ਆਇਆ ਤਾਂ ਕਿਸੇ ਕੰਮ ਦੀ ਨਹੀਂ।
ਸੋ ਇਹ ਹੁਣ ਇਹ ਤੁਸੀਂ ਦੇਖੋ ਹੁਣ ਤੁਹਾਡੇ ਮਨ 'ਚ ਵਿਰਾਗ ਆਇਆ ਕਿ ਨਹੀਂ ਆਇਆ। ਤੇ ਉਹ ਜਿਹੜੀ ਪਹਿਲੜੀ ਲਾਮ ਤੇ ਦਾ ਫੋਕਸ ਕਿੱਥੇ ਹੈ? ਪਹਿਲੀ ਲਾਮ ਦਾ ਪ੍ਰਵਿਰਤੀ ਧਰਮ ਤੇ ਹੈ ਫੋਕਸ। ਪ੍ਰਵਿਰਤੀ ਧਰਮ ਦ੍ਰਿੜਾਇਆ ਬਲਰਾਮ ਜੀ ਉਹ ਹੈ ਨਾ, ਪ੍ਰਵਿਰਤੀ ਧਰਮ ਨੂੰ ਮੈਨੂੰ ਦ੍ਰਿੜਾ ਦਿਓ, ਕਿਉਂਕਿ ਦੋ ਤਰ੍ਹਾਂ ਦੇ ਰਸਤੇ, ਇੱਕ ਪ੍ਰਵਿਰਤੀ ਇੱਕ ਨਿਵ੍ਰਿੱਤੀ ਹੈ, ਦੋਨੋਂ। ਪ੍ਰਵਿਰਤੀ ਹੈ ਕੀ ਹੈ? ਵਰਲਡਲੀ ਵੇ, ਵਰਲਡਲੀ ਅਟੈਚਮੈਂਟ, ਦ ਵਰਲਡਲੀ ਅਟੈਚਮੈਂਟ ਕੀ ਹੈ? ਜਿੱਥੇ ਡਾਇਕੋਟਮੀ ਹੋਵੇ, ਦੁੱਖ ਸੁੱਖ ਚੱਲਦੇ ਹੋਣ, ਹੈ ਨਾ, ਡਾਰਕਨੈਸ ਹੀ ਹੋਵੇ ਤੇ ਲਾਈਟ ਵੀ ਹੋਵੇ, ਸੂਰਜ ਵੀ ਹੋਵੇ ਤੇ ਬਾਰਿਸ਼ ਵੀ ਹੋਵੇ। ਤੇ ਨਵੇਂ ਵਿਆਹਣ ਵਾਲੇ ਨੂੰ, ਨਵੇਂ ਭਗਤ ਨੂੰ, ਜਾਂ ਨਵੇਂ ਜਿਹੜੇ ਵਿਆਹੀ ਜੋੜੀ ਬੈਠੀ ਹੈ ਜਿਹੜੀ ਅੱਗੇ, ਉਸ ਨੂੰ ਉਪਦੇਸ਼ ਹੈ ਨਾ, ਦੇਖ ਲੈ ਪ੍ਰਵਿਰਤੀ ਮਾਰਗ ਤੱਕ ਤੂੰ ਐਂਟਰ ਕੀਤਾ, ਤੂੰ ਹੁਣ ਪ੍ਰਮਾਤਮਾ ਕੀ ਅਰਦਾਸ ਕਰ ਕਿ ਦ੍ਰਿੜਾ ਦਿਓ ਮੈਨੂੰ ਪ੍ਰਵਿਰਤੀ ਕਰਮ, ਕਿਉਂਕਿ ਵਿਆਹ ਤੋਂ ਬਾਅਦ ਹਰ ਚੀਜ਼ ਸਿੰਪਲ ਨਹੀਂ ਰਹਿੰਦੀ, ਦੁੱਖ ਸੁੱਖ ਆਉਂਦੇ ਹਨ ਉਹਦੀ ਜ਼ਿੰਦਗੀ ਵਿੱਚ। ਕਦੀ ਗਰੀਬੀ ਹੈ ਤੇ ਕਦੀ ਨਹੀਂ, ਕਦੀ ਅਮੀਰੀ ਵੀ ਹੈ, ਕਦੀ ਛੋਟੇ ਘਰ ਹਨ ਤੇ ਕਦੀ ਵੱਡੇ ਘਰ ਹਨ, ਕਦੀ ਹੈਲਦੀ ਹੈ ਕਦੀ ਨਹੀਂ ਹੈ, ਹਰ ਤਰ੍ਹਾਂ ਡਾਇਕੋਟਮੀ ਚੱਲੇਗੀ। ਲੇਕਿਨ ਉੱਥੇ ਅਰਦਾਸ ਪ੍ਰਮਾਤਮਾ ਅੱਗੇ ਹੈ ਹਰ ਪੈਰੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ ਹੋਏ ਮੇਰੇ, हे ਮੇਰੇ ਪ੍ਰਮਾਤਮਾ ਪ੍ਰਵਿਰਤੀ ਕਰਮ ਨੂੰ ਦ੍ਰਿੜ ਕਰ ਦਿਓ ਮੇਰੇ ਅੰਦਰ। ਇਹ ਰਸਤਾ ਅਪਣਾਉਣ ਜੇ ਜਾ ਰਿਹਾ ਮੈਂ ਹੁਣ, ਇਹ ਰਸਤਾ ਚੁੱਕਿਆ ਚੁਣਿਆ ਆਪਣੇ ਵਾਸਤੇ, ਤੇ ਇਹ ਭਗਤਾਂ ਵਾਸਤੇ ਵੀ ਲਾਗੂ ਹੈ, ਭਗਤਾਂ ਵਾਸਤੇ ਵੀ ਸੇਮ ਹੈ। ਮੈਂ ਸਾਰੀਆਂ ਲਾਵਾਂ ਦੀ ਡਿਸਕਸ਼ਨ ਨਹੀਂ ਕਰਨੀ, ਪਹਿਲੀ ਲਾਮ ਦੇ ਉੱਤੇ ਫੋਕਸ ਹੋ ਕਿ ਉਹਨਾਂ ਦੀ ਦੇਣ ਹੈ ਉਹ ਵਾਲੀ। ਪ੍ਰਵਿਰਤੀ ਕਰਨ ਨੂੰ ਦ੍ਰਿੜਾਓ ਮੈਨੂੰ ਅੰਦਰ, ਤੇ ਕਿੱਥੋਂ ਦ੍ਰਿੜਾਓਗੇ? ਅਗਲੀ ਲਾਈਨ 'ਚ ਹੈ ਨਾ, ਬ੍ਰਹਮਾ ਵੇਦ ਆਇਨ ਵਰਡ ਪੜੇ, ਬਾਣੀ ਬ੍ਰਹਮਾ ਵੇਦ ਸੁਣੋ, ਉਹ ਸੁਣੋਗੇ ਬਾਣੀ ਉਹਨਾਂ ਦੀ, ਤਾਂ ਤੁਹਾਡੇ ਅੰਦਰ ਪ੍ਰਵਿਰਤੀ ਕਰਮ ਦ੍ਰਿੜ ਹੋਏਗਾ ਨਾ। ਨਹੀਂ ਤੇ ਵਿਆਹ ਤੋਂ ਬਾਅਦ ਕੋਈ ਛੋਟੀ ਪ੍ਰੋਬਲਮ ਆ ਜਾਏ, ਕਿ ਉਹ ਜੀ ਉੱਚੀ ਨੀਚੀ ਗੱਲ ਹੋ ਜਾਏ, ਬੰਦਾ ਬਿਲਕ ਜਾਂਦਾ, ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਤੇ ਬਰਦਾਸ਼ਤ ਤਾਂ ਹੀ ਕਰ ਸਕੋਗੇ ਜੇ ਉਸਨੂੰ, ਜੋ ਤੁਸੀਂ ਦ੍ਰਿੜ ਕਰੋਗੇ ਉਸ ਚੀਜ਼ ਨੂੰ। ਬੜੀ ਵੱਡੀ ਦੇਣ ਹੈ ਉਹਨਾਂ ਦੀ, ਮਹਾਰਾਜ ਦੀ। ਉਹਨਾਂ ਨੇ 4 ਹਿੱਸਿਆਂ ਵਿੱਚ, ਇੱਕ ਦੰਪਤੀ ਦੇ ਜੀਵਨ ਦੇ ਉੱਤੇ ਜਿਹੜੀਆਂ ਪਹਿਲੀਆਂ 2 ਲਾਵਾਂ ਤੇ ਫੋਕਸ ਹਨ, ਤੇ ਇੱਕ ਭਗਤ ਤੇ ਪ੍ਰਮਾਤਮਾ ਦੇ, ਭਗਤ ਤੇ ਪ੍ਰਮਾਤਮਾ ਦੇ ਵਿਚਕਾਰ ਜਿਹੜਾ ਰਿਸ਼ਤਾ ਜਿਹੜਾ ਹੈ ਉਹ ਨੰਬਰ 3 ਤੇ ਨੰਬਰ 4 ਹੈ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਕਸੈਸਫੁਲ ਮੈਰਿਜ ਇਜ਼ ਨਾਟ ਅ ਰੈਸਿਪੀ ਟੂ ਅ ਸਕਸੈਸਫੁਲ ਲਾਈਫ। Even if you have the greatest marriage in the world, that doesn't necessarily mean ਕਿ ਤੁਹਾਡਾ ਕੰਮ ਬਣ ਗਿਆ। ਇੱਥੇ ਤੁਹਾਡਾ ਕੰਮ ਤਾਂ ਬਣੇਗਾ ਜਦੋਂ ਚੌਥੀ ਲਾਮ ਦੀਆਂ ਉਹ ਪੌੜੀਆਂ ਸਿੱਧ ਕਰੋਗੇ, ਜਦੋਂ ਹਰ ਚੌਥੜੀ ਲਾਮ ਮਨ ਸਹਿਜ ਭਇਆ, ਤੇ ਉੱਥੇ ਵਰਡ ਕਿਹੜੇ ਆਏ ਹਨ? ਹਰ ਪਾਇਆ ਬਲਰਾਮ ਜੀ, ਉੱਥੇ ਪ੍ਰਮਾਤਮਾ ਦੀ ਪ੍ਰਾਪਤੀ, ਉੱਥੇ ਯੂਨੀਅਨ ਹੈ, ਯੂਨੀਅਨ ਵਿੱਚ ਹੀ ਖੁਸ਼ੀ ਹੈ, ਯੂਨੀਅਨ ਵਿੱਚ ਹੀ ਫਿਰ ਉੱਥੇ ਵਾਜੇ ਵੀ ਵਜੇ ਨੇ, ਉੱਥੇ ਆਨੰਦ ਦੇ ਵਾਜੇ ਹੀ ਵਜੇ ਨੇ, ਉੱਥੇ ਮੁਬਾਰਕਾਂ ਵੀ ਆਈਆਂ, ਉੱਥੇ ਆਇਨ ਵਰਡ, ਉੱਥੇ ਉਹ ਵੀ ਆਇਨ ਵਰਡ। ਹਾਂਜੀ, ਐਨੀਵੇ ਡਾਇਰੀ ਨਾਲ ਰੱਖ ਲਓ ਕਿ 1 ਘੰਟੇ ਬਾਅਦ ਕਿਸੇ ਨੂੰ ਕੋਈ ਗੱਲਾਂ ਯਾਦ ਰਹਿੰਦੀਆਂ ਕਿ ਨਹੀਂ ਆਉਂਦੀਆਂ। ਕੱਲ ਸਵੇਰ ਦੀ ਬੜੀ ਵੱਡੀ ਗੱਲ ਹੈ, 1 ਘੰਟੇ 2 ਘੰਟੇ ਬਾਅਦ ਹੀ ਬੰਦੇ ਦਾ ਭੁੱਲ ਜਾਂਦਾ ਕੰਮ ਬੜਾ। ਸੋ ਐਨੀ ਅਦਰ ਕੁਐਸਚਨ? ਓਹੋ 11:50 ਹੋ ਗਏ, ਮੈਂ ਚਲੇ। Any other Q&A, even unrelated to today's topic? ਮੇਰਾ ਕੁਐਸਚਨ ਹੈ ਕਿ ਕਹਿੰਦੇ 20 ਇੰਦਰੀਆਂ ਨੇ ਤੁਹਾਡੀਆਂ, 10 ਦੱਸਣ ਵਾਲੀਆਂ, ਹਾਂ ਕੋਈ ਦੱਸੇ। ਹਾਂ ਤੁਸੀਂ ਜਦ ਉਹਨਾਂ ਤੇ ਪਾਵਰ ਕਰ ਲੋਗੇ ਫਿਰ 21 ਹੋ ਜਾਏਗੇ। ਇਹ ਗੁਰਮਤ ਨਹੀਂ ਹੈ, ਗੁਰਮਤ ਨਹੀਂ ਹੈ। ਗੁਰਮਤ ਜਾਂ 21 ਹੋਣਾ, ਮੈਨੂੰ ਇੱਕ ਹੋ ਜਾਣਾ। ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਪਏ, ਇਹ ਦੂਸਰੀਆਂ ਟ੍ਰਾਂਸਲੇਸ਼ਨਸ ਹਨ ਗੁਰਬਾਣੀ ਦੀਆਂ, ਇਹ ਮੇਨ ਸਟ੍ਰੀਮ ਟ੍ਰਾਂਸਲੇਸ਼ਨਸ ਨਹੀਂ ਹਨ। ਬਟ ਜੇ ਤੁਸੀਂ ਉਸ ਚੀਜ਼ ਤੇ ਵੀ ਫੋਕਸ ਕਰੋ ਤੇ ਉਸ ਚੀਜ਼ ਤੇ ਗੁਰਮਤ ਨੇ ਇਹਨਾਂ ਚੀਜ਼ਾਂ ਤੇ ਇਹਦਾ ਫੋਕਸ ਨਹੀਂ ਕੀਤਾ ਕਿ ਇੰਦਰੀਆਂ ਤੇ ਫੋਕਸ ਕਰੋ ਤੇ 21 ਹੋ ਜਾਣਗੀਆਂ। ਗੁਰਮਤ ਦਾ ਫੋਕਸ ਸਿਰਫ ਪ੍ਰੇਮ ਹੈ, ਹੋਰ ਕੁਝ ਨਹੀਂ। ਪ੍ਰੋਫੈਸਰ ਸਾਹਿਬ ਸਿੰਘਾਂ ਨੂੰ ਪੜ੍ਹ ਲਓ, ਭਾਈ ਵੀਰ ਸਿੰਘਾਂ ਨੂੰ ਪੜ੍ਹ ਲਓ, ਭਾਈ ਜੋਤ ਸਿੰਘਾਂ ਨੂੰ ਪੜ੍ਹ ਲਓ, ਭਾਈ ਹਰਬੰਸ ਸਿੰਘਾਂ ਨੂੰ ਪੜ੍ਹ ਲਓ, ਫੋਕਸ ਸਾਰਾ ਉਹਨਾਂ ਤੇ ਰਹੇਗਾ ਸਾਰਾ। ਇਹ ਰਸਤਾ ਨਾਮ ਦਾ ਹੈ, ਇਹ ਰਸਤਾ ਪ੍ਰੇਮ ਦਾ ਹੈ। ਪ੍ਰੇਮ ਨਾਲ ਸਾਰੀਆਂ ਇੰਦਰੀਆਂ ਵਸ਼ 'ਚ ਆ ਜਾਂਦੀਆਂ ਹਨ, ਤੇ ਇੰਦਰੀਆਂ ਦੇ ਵਸ਼ ਆਉਣ ਦੀਆਂ ਐਗਜ਼ਾਮਪਲ ਵੀ ਗੁਰਬਾਣੀ 'ਚ ਬੜੀਆਂ ਦਿੱਤੀਆਂ ਹੋਈਆਂ ਹਨ। ਜਿਹੜੀ ਦੀ ਕਿਹੜੀ ਅਸ਼ਪਦੀ ਹੈ ਨਾ, ਸੁਖਮਨੀ ਸਾਹਿਬ ਜੀ ਆਈ ਹਨ ਕਿ ਅੱਖਾਂ ਦੇਖਦੀਆਂ ਨਹੀਂ ਹੁਣ ਖਰਾਬ, ਕਿਹੜੀ ਹੈ? ਨੰਬਰ 6, 7, 8 ਹੈ। ਕਰਨ ਨਾ ਸਨੇ ਕਾਹੂ ਕੀ ਨਿੰਦਾ, ਕਿਹੜੀ ਹੈ? ਵਿਚ ਅਸ਼ਪਦੀ ਇਜ਼ ਦੈਟ? ਉਹਦੇ ਬਹੁਤ ਜ਼ਬਰਦਸਤ ਐਗਜ਼ਾਮਪਲ ਆਈ ਹਨ, ਇੰਦਰੀਆਂ ਜਿਹਦੀਆਂ ਕਾਬੂ ਹੋ ਜਾਂਦੀਆਂ ਹਨ। ਨੰਬਰ 9 ਸਟਾਰਟਿੰਗ ਹੁੰਦੀ ਉਹਦੀ, ਦੇਖਦੀਆਂ ਨੇ ਨਾ, ਦੇਖਦੀਆਂ ਨਾ, ਗੁਰਾ ਸੁਣਦੀਆਂ ਨਾ, ਹੱਥ ਕੁਝ ਕਰਦੇ ਨੇ ਉਹ ਜੇ ਕੰਮ
ਕਰਨ ਨਾ ਸੁਨੇ ਕਾਹੂ ਕੀ ਨਿੰਦਾ ਆਪਸ ਤੇ ਜੋ ਇਹ ਨਹੀਂ ਉਸ ਤੋਂ ਪਹਿਲੇ ਵੀ ਅੱਖਾਂ ਦੀ ਵੀ ਗੱਲ ਆਈ ਹੈ ਯੂ ਹੈਵ ਦਿਸ ਲਾਈਨ ਇਹ ਸੁਣ ਲਓ ਇਹ ਹੈ ਗੁਰਮਤ ਹਾਂਜੀ ਕਰਨ ਨੂੰ ਸੁਨੇ ਕਾਹੂ ਕੀ ਨਿੰਦਾ ਸੱਤੇ ਜਾਣੇ ਆਪਸ ਕੋ ਸ਼ੁਰੂ ਤੋਂ ਬੜਾ ਹਾਂ ਹਾਂ ਹੀ ਰਸਨਾ ਪਰ ਪਹਿਲੀ ਗੱਲ ਤੇ ਪਹਿਲੇ ਰਸਨਾ ਨੂੰ ਐਡਰੈਸ ਕੀਤਾ ਨੇ ਐਬਿਲਿਟੀ ਟੂ ਲਿਸਨ ਹੁਣ ਤੇ ਛੂੰਦੀ ਵੀ ਨਹੀਂ ਰਸਨਾ ਮਤਲਬ ਜ਼ਬਾਨ ਛੂੰਦੀ ਵੀ ਨਹੀਂ ਝੂਠ ਨੂੰ ਮਿਥਿਆ ਨਾ ਹੀ ਰਸਨਾ ਪਰਸ ਕਿਉਂਕਿ ਅੰਦਰ ਪ੍ਰੀਤੀ ਹੈ ਪ੍ਰਮਾਤਮਾ ਦੀ ਅੰਦਰ ਪ੍ਰਮਾਤਮਾ ਦਾ ਪਿਆਰ ਹੈ ਹਾਂ ਦੂਸਰਾ ਫਿਰ ਅੱਖਾਂ ਨੂੰ ਐਡਰੈਸ ਕੀਤਾ ਨੇ ਹੁਣ ਦੇਖਦੀਆਂ ਹੀ ਨਹੀਂ ਅੱਖਾਂ ਦੂਸਰਿਆਂ ਦੇ ਰੂਪ ਨੇਤਰ ਨੂੰ ਹਾਂ ਐਕਸੈਪਟ ਫॉर ਸੇਵਾ ਕਰਨ ਤੋਂ ਸਿਵਾਏ ਅੱਖਾਂ ਕਿਸੇ ਹੋਰ ਨੂੰ ਨਹੀਂ ਦੇਖਦੀਆਂ ਹਾਂਜੀ ਹਾਂ ਕਰਨ ਨਾ ਸੁਨੇ ਕਾਹੂ ਕੀ ਨਿੰਦਾ ਕੰਨ ਵੀ ਹਟ ਜਾਂਦੇ ਨੇ ਸੁਣਨ ਨੂੰ ਇਹ ਇੰਦਰੀਆਂ ਤੇ ਕਾਬੂ ਹੈ ਹਾਂਜੀ ਉਹ ਹਾਂਜੀ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਕਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਅਰ ਬਹੁਤ ਘੱਟ ਹਨ ਕੋਟ ਮਦੇ ਕੋ ਐਸਾ ਪਰ ਕਰੋੜਾਂ ਚ ਕੋਈ ਇੱਕ ਹੈ ਜਿਨ੍ਹਾਂ ਦੇ ਉੱਤੇ ਇਹ ਕਿਰਪਾ ਹੁੰਦੀ ਹੈ ਜਿਨ੍ਹਾਂ ਦੀ ਅੱਖਾਂ ਟੇਨਵੇਂ ਇੱਕ ਇਸ ਅਸ਼ਪਦੀ ਤੋਂ ਪਹਿਲੇ ਕਿਹੜੀਆਂ ਅਸ਼ਪਦੀਆਂ ਆ ਚੁੱਕੀਆਂ ਜਸਟ ਉਸ ਤੋਂ ਪਹਿਲੇ ਸਾਧ ਵਾਲੀ ਆ ਚੁੱਕੀ ਹੈ ਉਸ ਅਵਸਥਾ ਚੋਂ ਨਿਕਲ ਚੁੱਕਿਆ ਹੈ ਜਗਿਆਸੂ ਸਾਧ ਵਾਲੀ ਅਵਸਥਾ ਤੋਂ ਨਿਕਲ ਚੁੱਕਿਆ ਹੈ ਜਗਿਆਸੂ ਬ੍ਰਹਮ ਗਿਆਨੀ ਅਵਸਥਾ ਤੋਂ ਨਿਕਲ ਚੁੱਕਿਆ ਹੈ ਹੁਣ ਜਗਿਆਸੂ ਕਿਹੜੀ ਅਵਸਥਾ ਤੇ ਪਹੁੰਚਿਆ ਹੁਣ ਅਪਰਸਥ ਅਵਸਥਾ ਚ ਅਪਰਸਥ ਸਭ ਤੋਂ ਉੱਚੀ ਅਵਸਥਾ ਕਿਹੜੀ ਦੱਸੀ ਹੈ ਇਸ ਅਸ਼ਪਦੀ ਵਿੱਚ ਜੀਵਨ ਮੁਕਤ ਦੀ ਜੀਵਨ ਮੁਕਤ ਦੀ ਅਵਸਥਾ ਹੈ ਇਸ ਅਸ਼ਪਦੀ ਵਿੱਚ ਦੈਟਸ ਵਾਈ ਇਸ ਅਸ਼ਪਦੀ ਦਾ ਜਗਿਆਸੂ ਕੋਈ ਆਮ ਜਗਿਆਸੂ ਨਹੀਂ ਹੈ ਵੀਰ ਜੀ ਇਹ ਮੇਰੇ ਵਰਗੇ ਤੁਹਾਡੇ ਵਰਗੇ ਇੱਥੇ ਇਹ ਜਗਿਆਸੂ ਕੋਈ ਇਹ ਐਰਾ ਗੈਰਾ ਜਗਿਆਸੂ ਨਹੀਂ ਹੈ ਇੱਥੇ ਬੈਠਾ ਹੋਇਆ ਇਹ ਜਗਿਆਸੂ ਦੀ ਅਵਸਥਾ ਬਹੁਤ ਉੱਪਰ ਰਹੀ ਹੈ ਪੁੱਲੀ ਜਗਿਆਸੂ ਦੀ ਅਵਸਥਾ ਉਹ ਤੇ ਸਾਧ ਦੀ ਅਸ਼ਪਦੀ ਤੋਂ ਸ਼ੁਰੂ ਕੀਤੀ ਸੀ ਨਾ ਉੱਥੋਂ ਤੇ ਹੁਣ ਕਿੱਥੇ ਫਿਰ ਬ੍ਰਹਮ ਗਿਆਨੀ ਵਾਲੀ ਅਸ਼ਪਦੀ ਤੋਂ ਆ ਕੇ ਉਸ ਤੋਂ ਉੱਚੀ ਅਵਸਥਾ ਤੱਕ ਪਹੁੰਚਾਇਆ ਨੇ ਇਨਫੈਕਟ ਬਿਫੋਰ ਆਈ ਐਂਡ ਦਾ ਗੱਲ ਮਾਤਾ ਗੁਜਰੀ ਜੀ ਇਹ ਸੁਖਮਨੀ ਦਾ ਪਾਠ ਸਾਰੇ ਕਰਦਾ ਕਹਿੰਦੇ ਮਾਤ ਗੁਜਰੀ ਬਹੁਤ ਪਿਆਰ ਨਾਲ ਸੁਖਮਨੀ ਪੜ੍ਹਿਆ ਕਰਦੇ ਸਨ ਤੇ ਜਦੋਂ ਇਹਨਾਂ ਲਾਈਨਾਂ ਤੇ ਪਹੁੰਚਦੇ ਸਨ ਤੇ ਹਮੇਸ਼ਾ ਉਹਨਾਂ ਨੂੰ ਦਿੱਕਤ ਆਉਂਦੀ ਸੀ ਹਮੇਸ਼ਾ ਸੋਚਦੇ ਸਨ ਕਿ ਇਹੋ ਜਿਹਾ ਕੋਈ ਬੰਦਾ ਹੈ ਵੀ ਹੈ ਕਿ ਨਹੀਂ ਆਈ ਨਾ ਸੂਰ ਪ੍ਰਕਾਸ਼ ਬੜੀ ਲੰਬੀ ਕਥਾ ਆਈ ਹੈ ਇਹਦੇ ਉੱਤੇ ਕਹਿੰਦੇ ਨੇ ਇੱਕ ਵਾਰੀ ਬੁਲਾ ਹੀ ਲਿੱਤਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰ ਨੂੰ ਤੇ ਪੁੱਛਿਆ ਕਿ ਬੇਟਾ ਜੀ ਇਹ ਦੱਸੋ ਇਹ ਜਿਹੜੀ ਅਸ਼ਪਦੀ ਜਿਹੜੀ ਲਿਖੀਆਂ ਗੱਲਾਂ ਇਹ ਸੱਚ ਹੈ ਕੋਈ ਇਹੋ ਜਿਹਾ ਬੰਦਾ ਹੈ ਦੁਨੀਆ ਵਿੱਚ ਇਹੋ ਜਿਹਾ ਜਿਹੜਾ ਇਹਦੇ ਚ ਪਹੁੰਚਦਾ ਹੋਵੇ ਉਹਦੇ ਜੋ ਕਿਹੜੀਆਂ ਲਾਈਨਾਂ ਕੰਚਨ ਮਾਟੀ ਤੋਂ ਤਿਵਾਏ ਨਾ ਆਤਮ ਮਿਤਾਵੇ ਸੋ ਕਹਾਵੇ ਤੈਸਾ ਹਰਗ ਕਹਿੰਦੇ ਨੇ ਇਹ ਕਿੰਜ ਹੋ ਸਕਦਾ ਹੈ ਯਾਰ ਤੈਸਾ ਹਰਗ ਤੈਸਾ ਉਸ ਇਹ ਕਿੰਜ ਹੋ ਸਕਦਾ ਹੈ ਫਿਰ ਅਗਲੀ ਕਥਾ ਹੁਣ ਅਗਲੀ ਵਾਰੀ ਸੁਣਾਵਾਂਗੇ ਬੁਲਾਇਆ ਨਾ ਉਹਨਾਂ ਨੂੰ ਫਿਰ ਸੰਤਾਂ ਨੂੰ ਬੁਲਾਇਆ ਤੇ ਸੰਤ ਚੱਲ ਕੇ ਆਏ ਜਦੋਂ ਚੱਲ ਕੇ ਆਏ ਤੇ ਕਹਿਣ ਲੱਗੇ ਕਿ ਮਾਤਾ ਜੀ ਤੁਹਾਨੂੰ ਯਾਦ ਕਰਦੇ ਨੇ ਬੜਾ ਤੇ ਮਾਤਾ ਨੇ ਕਿਹਾ ਕਿ ਅੱਜ ਲੰਗਰ ਜਿਹੜਾ ਇਹਨਾਂ ਨੂੰ ਛਕਵਾਉਣਾ ਆਪਣੀ ਹੱਥੀ ਲੰਗਰ ਬਣਵਾਇਓ ਅੱਜ ਤੇ ਮਾਤਾ ਜੀ ਦੇ ਦਰਸ਼ਨ ਹੋਏ ਉਹਨਾਂ ਦੇ ਤੇ ਕਹਿਣ ਲੱਗੇ ਕਿੱਥੋਂ ਆਏ ਹੋ ਕਿੱਥੋਂ ਜਿੱਥੋਂ ਲੈ ਕੇ ਆਇਆ ਹੈ ਕਰਦੇ ਕੀ ਹੋ ਕਹਿੰਦੇ ਜੋ ਕਰਾਂਦਾ ਹੈ ਕੱਲ ਕਿੱਥੇ ਜਾਓਗੇ ਕਹਿੰਦੇ ਪਤਾ ਨਹੀਂ ਜਿੱਥੇ ਭੇਜਣਗੇ ਚਲੇ ਜਾਣਗੇ ਹੁਣ ਕੀ ਕਰ ਰਹੇ ਹੋ ਕਹਿੰਦੇ ਇਹ ਵੀ ਨਹੀਂ ਪਤਾ ਜੋ ਕਰਵਾ ਰਿਹਾ ਕਰ ਰਿਹਾ ਕੁਝ ਨਹੀਂ ਪਤਾ ਕੀ ਕਰਨਾ ਅੱਗੇ ਅਗਲਾ ਕੀ ਕਰਨਾ ਮੈਨੂੰ ਨਹੀਂ ਪਤਾ ਉਹ ਜੋ ਦੱਸਣਗੇ ਕਰਾਂਗੇ ਅੱਗੇ ਸੋ ਇਹ ਇਸ ਅਸ਼ਪਦੀ ਦਾ ਜਿਗਿਆਸੂ ਬਹੁਤ ਵੱਡਾ ਅੱਗੇ ਜਾ ਕੇ ਉਹ ਕੰਚਨ ਔਰ ਮਾਟੀ ਜਬ ਇੱਕੋ ਜਿਹਾ ਸਮਝਦਾ ਨਾ ਤੈਸਾ ਸੁਣ ਕੋਈ ਕਰਕੇ ਦਿਖਾਏ ਇਹ ਗੱਲ ਤੈਸਾ ਸੁਣ ਤੈਸੀ ਉਸ ਮਾਟੀ ਉਹ ਗੱਲਾਂ ਫਿਰ ਹਾਂਜੀ if everybody is ended then I'll end also everybody next week ਹਾਂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ